आप लिहो तुम कथा सुधारी। सतनाम श्री वाहिगुरु साहिब जी। श्री सतगुर हर राय सजाना, सत त्यागन को जब है बखाना। तब ते राम राय इत आवन, नाहिन कीनस मन ललचावन। वाहिगुरु जी का खालसा वाहिगुरु जी की फतेह। गुरु रूप साध संगत जी, संध्या ਦੇ ਦੀਵਾਨਾਂ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਹਰ ਰੋਜ਼ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਆਨੰਦ ਮਾਣ ਰਹੇ ਹੋ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਕਿ ਇੱਕ ਵਾਰੀ ਸਿੱਖਾਂ ਦੀ ਬੇਨਤੀ 'ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖਾਂ ਨੂੰ ਇਹ ਪਰਖ ਕੇ ਦੱਸਿਆ ਸੀ ਵੀ ਸਾਡੇ ਦੋ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਗੱਦੀ 'ਤੇ ਬੈਠੇਗਾ। ਅਤੇ ਇੱਕ ਸਿੱਖ ਨੂੰ ਸੂਈ ਦੇ ਕੇ ਭੇਜਿਆ ਸੀ ਵੀ ਦੋਵੇਂ ਸਾਹਿਬਜ਼ਾਦੇ ਬਾਣੀ ਪੜ੍ਹ ਰਹੇ ਨੇ, ਪੀੜੇ ਸਾਹਿਬ ਦੀ ਪਾਵੇ ਦੇ ਵਿੱਚ ਜਾ ਕੇ ਸੂਈ ਖਵੋਵੋ। ਜਿਨ੍ਹਾਂ ਦੇ ਸੂਈ ਖੁੱਭ ਜਾਵੇ ਸਮਝ ਲੈਣਾ ਉਹ ਗੁਰਤਾ ਗੱਦੀ ਦੇ ਹੱਕਦਾਰ ਹੋਣਗੇ। ਬਾਬੇ ਰਾਮ ਰਾਏ ਜੀ ਦੇ ਪਾਵੇ ਵਿੱਚ ਸੂਈ ਨਹੀਂ ਸੀ ਖੁੱਭੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵੇ ਵਿੱਚ ਸੂਈ ਖੁੱਭ ਗਈ ਸੀ। ਸਿੱਖਾਂ ਨੂੰ ਨਿਰਣਾ ਹੋ ਗਿਆ ਸੀ ਵੀ ਇਹ ਬਾਣੀ ਪੜ੍ਹਦੇ ਹਨ ਅਤੇ ਲੱਕੜ ਨੂੰ ਵੀ ਮੋਮ ਕਰ ਦਿੰਦੇ ਹਨ, ਇਹੀ ਗੁਰਤਾ ਗੱਦੀ 'ਤੇ ਹੱਕਦਾਰ ਹੋਣਗੇ। ਸੋ ਇਹ ਸਾਖੀ ਆਪਾਂ ਕੱਲ੍ਹ ਦੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ। ਅਗਲੀ ਲੜੀਵਾਰ ਕਥਾ ਨਾਲ ਜੁੜ ਜਾਓ। ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री सतगुर हर राय सजाना। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਬ੍ਰਹਮ ਗਿਆਨੀ ਸਤਿਗੁਰੂ ਜੀ सत त्यागन को जब है बखाना। ਜਦੋਂ ਆਪਣੇ ਪੁੱਤਰ ਦਾ ਤਿਆਗ ਕਰਨ ਦਾ ਬਚਨ ਕੀਤਾ ਬਈ ਇਹ ਰਾਮ ਰਾਏ ਗੁਰਬਾਣੀ ਦੀ ਬੇਅਦਬੀ ਕੀਤੀ ਹੈ, ਸਾਡਾ ਕੁਛ ਨਹੀਂ ਲੱਗਦਾ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਆਪਣੇ ਪਿਆਰੇ ਪੁੱਤਰ ਨੂੰ ਮਹਾਰਾਜ ਨੇ ਤਿਆਗ ਦਿੱਤਾ। तब ते राम राय इत आवन। ਉਸ ਦਿਨ ਤੋਂ ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਬੈਠੇ ਹਨ, ਪਰ ਹੁਣ ਸੋਚਦੇ ਹਨ ਵੀ ਮੈਂ ਕੀਰਤਪੁਰ ਸਾਹਿਬ ਕਿਵੇਂ ਜਾਵਾਂ। नाहिन कीनस मन ललचावन। ਅਤੇ ਫਿਰ ਉਹਨਾਂ ਨੇ ਆਪਣੇ ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬਈ ਮੈਂ ਹੁਣ ਨਾ ਹੀ ਜਾਵਾਂ ਤਾਂ ਚੰਗਾ ਹੈ। ਫਿਰ ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਦੁਬਿਧਾ ਪੈ ਗਈ। ਤੋ ਕਦੀ ਤਾਂ ਸੋਚਦੇ ਵੀ ਜਾਵਾਂ ਅਤੇ ਕਦੀ ਸੋਚਦੇ ਨਾ ਜਾਵਾਂ। ਜ਼ਿਆਦਾਤਰ ਇਹ ਸੀ ਵੀ ਨਾ ਹੀ ਜਾਵਾਂ, ਭਇਓ ਨਿਰਾਸ ਪਿਤਾ ਕੀ ਦਿਸ਼ ਤੇ। ਕਿਉਂਕਿ ਪਿਤਾ ਜੀ ਵੱਲੋਂ ਨਿਰਾਸ਼ਤਾ ਹੋ ਗਈ ਵੀ ਹੁਣ ਪਿਤਾ ਜੀ ਨੇ ਮੈਨੂੰ ਆਪਣੇ ਲੜ ਨਹੀਂ ਲਾਣਾ, ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਦਰਬਾਰ ਵਿੱਚ ਨਹੀਂ ਵੜਨ ਦੇਣਾ। ਗੁਰਤਾ ਚਹਿਤ ਹਤੋ ਨਿਤ ਜਿਸ ਤੇ। ਜਿਸ ਪਿਤਾ ਤੋਂ ਮੈਂ ਗੁਰਿਆਈ ਦੀ ਗੱਦੀ ਲੈਣੀ ਸੀ, ਉਸ ਪਿਤਾ ਨੇ ਤਾਂ ਮੈਨੂੰ ਆਪਣੇ ਘਰੋਂ ਛੇਕ ਦਿੱਤਾ ਹੈ, ਕੱਢ ਦਿੱਤਾ ਹੈ। ਹੁਣ ਮੈਨੂੰ ਗੁਰਿਆਈ ਗੱਦੀ ਕਿੱਥੇ ਦੇਣਗੇ। ਹਿਰਦਾ ਵਿਚਾਰਤ ਮੈਂ ਸਭ ਲਾਇਕ। ਮਨ ਵਿੱਚ ਬਾਬਾ ਰਾਮ ਰਾਏ ਜੀ ਸੋਚਦੇ ਆ ਮੈਂ ਹਰ ਤਰ੍ਹਾਂ ਨਾਲ ਲਾਇਕ ਸੀ, ਗੁਰਤਾ ਗੱਦੀ ਦੇ ਬਹਿਣ ਦੇ ਉੱਤੇ ਮੇਰਾ ਹੱਕ ਬਣਦਾ ਸੀ। ਭਏ ਹਜ਼ਾਰੋਂ ਸਿੱਖ ਧਨਦਾਇਕ। ਹਜ਼ਾਰਾਂ ਲੱਖਾਂ ਸਿੱਖ ਬਾਬੇ ਰਾਮ ਰਾਏ ਦੇ ਮੁਰੀਦ ਬਣ ਗਏ ਨੇ, ਜਿਹੜੇ ਲੱਖਾਂ ਕਰੋੜਾਂ ਰੁਪਈਆ ਰੋਜ਼ ਚੜਾਵਾ ਚੜਾਉਂਦੇ ਹਨ। ਸਕਲ ਸਮਾਜ ਵਧਿਓ ਅਧਿਕਾਏ। ਬਾਬੇ ਰਾਮ ਰਾਏ ਦਾ ਸਾਜੋ ਸਮਾਨ ਵੀ ਬਹੁਤ ਵੱਧ ਗਿਆ। ਹਾਥੀ ਘੋੜੇ ਫੌਜਾਂ ਬਹੁਤ ਹੋ ਗਈਆਂ। ਸੈਨਾ ਆਦਿਕ ਬਹੁਤ ਸਹਾਏ। ਫੌਜ ਵੀ ਰੱਖ ਲਈ ਅਤੇ ਘੋੜੇ ਵੀ ਅਤੇ ਸ਼ਸਤਰ ਵੀ ਅਤੇ ਬਹੁਤ ਸਾਜੋ ਸਮਾਨ। ਦਿੱਲੀ ਦੇ ਵਿੱਚ ਬਾਬੇ ਰਾਮ ਰਾਏ ਦਾ ਡੰਕਾ ਵੱਜਦਾ ਹੈ। ਧਨ ਕੀ ਕਮੀ ਨਹੀਂ ਕੁਛ ਮੇਰੇ। ਬਾਬਾ ਰਾਮ ਰਾਏ ਸੋਚਦਾ ਮੇਰੇ ਕੋਲ ਪੈਸੇ ਦੀ ਕਮੀ ਕੋਈ ਨਹੀਂ, ਇਤਨਾ ਪੈਸਾ ਮੇਰੇ ਕੋਲ ਹੋ ਗਿਆ ਵੀ ਕਿਸੇ ਕੋਲ ਵੀ ਇੰਨਾ ਪੈਸਾ ਨਹੀਂ ਹੋਣਾ। ਅਬ ਅਰ ਆਗੇ ਆਏ ਕਨੇਰੇ। ਹੁਣ ਵੀ ਬਹੁਤ ਮਾਇਆ ਹੈ ਅਤੇ ਅੱਗੇ ਵੀ ਹੋਰ ਆਵੇਗੀ। ਦੁਰਕੇਸ਼ਰ ਸੰਗ ਰਸ ਮੈਂ ਰਾਖਾ। ਪਰ ਬਾਦਸ਼ਾਹ ਦੇ ਨਾਲ ਮੇਰਾ ਪ੍ਰੇਮ ਬਣਿਆ ਹੋਇਆ ਹੈ, ਬਾਦਸ਼ਾਹ ਨਾਲ ਮੇਰਾ ਰਸ ਬਣਿਆ ਹੋਇਆ ਹੈ। ਦੇਤ ਮੋਹੇ ਕੋ ਜੋ ਅਬਿਲਾਖਾ। ਜਿਹੜੀ ਮੇਰੀ ਇੱਛਾ ਹੁੰਦੀ ਹੈ ਉਹ ਬਾਦਸ਼ਾਹ ਪੂਰੀ ਕਰ ਦਿੰਦਾ ਹੈ। ਕਿਸੇ ਚੀਜ਼ ਦੀ ਮੈਨੂੰ ਕਮੀ ਨਹੀਂ ਹੈ। ਔਰੰਗਜ਼ੇਬ ਹਰ ਚੀਜ਼ ਹਰ ਸਹੂਲਤ ਮੈਨੂੰ ਦਿੰਦਾ ਹੈ। ਇਤ ਹੀ ਦਿਸ਼ ਮੈਂ ਕਰੋ ਆਵਾਸ। ਫਿਰ ਮਨ 'ਚ ਸੋਚ ਲਿਆ ਵੀ ਮੈਂ ਇੱਥੇ ਦਿੱਲੀ ਵਿੱਚ ਹੀ ਰਵਾਂਗਾ, ਇੱਧਰ ਹੀ ਆਪਣਾ ਘਰ-ਬਾਰ ਬਣਾ ਕੇ ਡੇਰਾ ਬਣਾ ਕੇ ਰੱਖਾਂਗਾ। ਕਿਆ ਹੋਏ ਜੋ ਨਾ ਜਾਓ ਪਿਤ ਪਾਸ। ਫਿਰ ਕੀ ਹੋ ਜਾਏਗਾ ਜੇ ਮੈਂ ਪਿਤਾ ਜੀ ਕੋਲ ਨਾ ਗਿਆ ਤਾਂ। ਇੱਥੇ ਵੀ ਤਾਂ ਮੇਰੀ ਮਾਨਤਾ ਚੰਗੀ ਹੈ,
ਮੈਂ ਕੀਰਤਪੁਰ ਸਾਹਿਬ ਜਾ ਕੇ ਹੁਣ ਕੀ ਕਰਨਾ ਹੈ। ਸਭ ਬਿਦ ਮੈਂ ਵਿਸਾਲ ਸਮਰੱਥ, ਮੇਰੇ ਕੋਲ ਹਰ ਤਰ੍ਹਾਂ ਦੀ ਸਮਰੱਥਾ ਹੈ, ਕਰਾਮਾਤਾਂ ਸ਼ਕਤੀਆਂ ਵੀ ਮੇਰੇ ਕੋਲ ਹਨ, ਅਤੇ ਬਾਣੀ ਦਾ ਵੀ ਮੈਂ ਗਿਆਤਾ ਹਾਂ, ਤੇ ਸੰਗਤਾਂ ਵੀ ਮੇਰੀ ਬਹੁਤ ਮਾਨਤਾ ਪੂਜਾ ਕਰਦੀਆਂ ਹਨ। ਕਰਾਂ ਚਾਹ ਚਿਤ ਸਭ ਮਮ ਹੱਥ, ਜੋ ਚਾਹਾਂ ਮੈਂ ਕਰ ਸਕਦਾ ਹਾਂ, ਸਾਰਾ ਕੁਝ ਸਾਰੀਆਂ ਤਾਕਤਾਂ ਦਾ ਮੈਂ ਮਾਲਕ ਹਾਂ। ਇੱਕ ਤਾਂ ਸਿੱਖੀ ਬਹੁ ਜਗ ਮੇਰੀ, ਇੱਕ ਮੇਰੀ ਸਿੱਖੀ ਬਹੁਤ ਹੋ ਗਈ ਹੈ, ਲੱਖਾਂ ਲੋਕ ਮੇਰੇ ਸ਼ਰਧਾਲੂ ਬਣ ਗਏ ਨੇ, ਹਿੰਦੂ ਮੁਸਲਮਾਨ ਸਾਰੇ ਮੈਨੂੰ ਮੰਨਦੇ ਨੇ। ਸ਼ਾਹ ਸੰਗ ਰਸ ਰੀਤ ਕਨੇਰੀ, ਔਰ ਬਾਦਸ਼ਾਹ ਦੇ ਨਾਲ ਵੀ ਮੇਰੀ ਪ੍ਰੀਤ ਬਹੁਤ ਜ਼ਿਆਦਾ ਹੈ। ਜਦੋਂ ਵੀ ਬਾਦਸ਼ਾਹ ਕੋਈ ਕੰਮ ਕਰਦਾ ਹੈ, ਮੈਨੂੰ ਪੁੱਛ ਕੇ ਕਰਦਾ ਹੈ। ਆਜ ਕਮੀ ਕਿਸ ਬਾਤ ਨ ਮੋਹੀ, ਅੱਜ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਅੱਜ ਦੀ ਘੜੀ ਮੇਰੇ ਕੋਲ ਹਰ ਚੀਜ਼ ਹੈ, ਹਰ ਸਹੂਲਤ ਹੈ, ਨਿਤ ਪ੍ਰਤ ਸਕਲ ਅਧਿਕਤਾ ਹੋਹੀ। ਔਰ ਸਾਰਾ ਕੁਝ ਮੇਰੇ ਕੋਲ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ, ਘਾਟਾ ਨਹੀਂ ਕਿਸੇ ਚੀਜ਼ ਦਾ। ਲੱਖਾਂ ਲੋਕ ਮੇਰੇ ਲੰਗਰ 'ਚ ਪ੍ਰਸ਼ਾਦਾ ਛਕਦੇ ਨੇ, ਲੱਖਾਂ ਦੀ ਆਮਦਨ ਹੈ, ਲੱਖਾਂ ਦਾ ਸਾਜੋ ਸਮਾਨ ਹੈ। ਇਤਿਆਦਿਕ ਗਿਣਤੀ ਕਹ ਕਰਕੇ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਟੀਆਂ ਗਿਣਦੇ ਰਹਿੰਦੇ। ਕਦੀ ਕੁਛ ਸੋਚੀ ਜਾਂਦੇ ਆ, ਕਦੀ ਕੁਛ ਸੋਚੀ ਜਾਂ ਸੋਚਾਂ 'ਚ ਪਏ ਰਹਿੰਦੇ ਹਨ। ਉਤ ਹੀ ਰਹਿਓ ਪੁਰੀ ਮਹਿ ਥਿਰ ਕੈ, ਤੇ ਦਿੱਲੀ 'ਚ ਟਿਕੇ ਹੋਏ ਨੇ ਵੀ ਹੁਣ ਮੈਂ ਕੀਰਤਪੁਰ ਸਾਹਿਬ ਨਹੀਂ ਜਾ ਸਕਦਾ, ਉੱਥੇ ਮੈਂ ਕੀ ਕਰਾਂਗਾ, ਇੱਥੇ ਹੀ ਠੀਕ ਆ, ਦਿੱਲੀ ਵਿੱਚ ਹੀ ਹੁਣ ਆਪਣੀ ਜ਼ਿੰਦਗੀ ਗੁਜ਼ਾਰਾਂਗਾ, ਜਾਂ ਇੱਧਰ ਹੀ ਕੋਈ ਡੇਰਾ ਬਣਾ ਲਵਾਂਗਾ। ਅਧਿਕ ਦਰਬ ਨਿਤ ਆਵਹਿ ਪਾਸ, ਬਹੁਤ ਪੈਸਾ ਬਾਬੇ ਰਾਮ ਰਾਏ ਨੂੰ ਰੋਜ਼ ਆਉਂਦਾ ਹੈ। ਬਾਦਸ਼ਾਹ ਔਰੰਗਜ਼ੇਬ ਵੀ ਖਰਚਾ ਭੇਜਦਾ, 13,000 ਰੁਪਈਏ ਦਾ ਰੋਜ਼ ਦਾ ਖਰਚਾ ਤਾਂ ਬਾਦਸ਼ਾਹ ਭੇਜਦਾ ਸੀ ਲੰਗਰਾਂ ਵਾਸਤੇ, ਘੋੜਿਆਂ ਹਾਥੀਆਂ ਊਠਾਂ ਵਾਸਤੇ, ਫੌਜਾਂ ਵਾਸਤੇ। ਤੇ ਸੰਗਤਾਂ ਵੀ ਬੜਾ ਚੜਾਵਾ ਚੜਾਉਂਦੀਆਂ ਸਨ। ਮਾਇਆ ਦੀ ਕਮੀ ਨਹੀਂ ਸੀ ਬਾਬੇ ਰਾਮ ਰਾਏ ਜੀ ਕੋਲ। ਲਿਆਏ ਉਪਾਇਨ ਸੰਗਤ ਰਾਸ, ਸੰਗਤਾਂ ਬਹੁਤ ਮੇਰੇ ਕੋਲ ਮਾਇਆ ਲੈ ਕੇ ਆਉਂਦੀਆਂ, ਚੜਾਵਾ ਚੜਾਉਂਦੀਆਂ, ਵਧੀਆ ਵਧੀਆ ਤੋਹਫੇ ਭੇਟਾ ਕਰਦੀਆਂ ਹਨ। ਜਿਮ ਸਤ ਗੁਰ ਕੇ ਘਰ ਕੀ ਰੀਤ, ਜਿਵੇਂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰੀਤ ਹੈ, ਗੁਰੂ ਘਰ ਦੀ ਮਰਜ਼ਾਦਾ ਹੈ। ਤਿਮ ਗੁਰ ਬਨਿਓ ਕਰਤ ਰਹਿ ਨੀਤ, ਬਾਬਾ ਰਾਮ ਰਾਏ ਜੀ ਉੱਦਾਂ ਗੁਰੂ ਬਣ ਕੇ ਦਿੱਲੀ ਦੇ ਵਿੱਚ ਕਰਦੇ ਰਹਿੰਦੇ, ਦੀਵਾਨ ਵੀ ਲਾਉਂਦੇ ਹਨ, ਕੀਰਤਨ ਵੀ ਹੁੰਦਾ ਹੈ, ਕਥਾ ਵੀ ਕਰਦੇ ਹਨ, ਤੇ ਲੰਗਰ ਵੀ ਚਲਾਉਂਦੇ ਹਨ। ਜੋ ਮਰਜ਼ਾਦਾ ਗੁਰੂ ਘਰ ਦੀ ਹੈ ਬਾਬਾ ਰਾਮ ਰਾਏ ਜੀ ਨੇ ਦਿੱਲੀ 'ਚ ਕਾਇਮ ਕੀਤੀ ਹੈ। ਬ੍ਰਿੰਦ ਮਸੰਦ ਮੇਵੜੇ ਭਏ, ਬਹੁਤ ਸਾਰੇ ਮਸੰਦ ਮੇਵੜੇ ਉੱਥੇ ਬਾਬਾ ਜੀ ਦੇ ਕੋਲ ਨਵੇਂ ਭਰਤੀ ਹੋ ਗਏ ਨੇ। ਪਹਿਲਾਂ ਵੀ ਨਾਲ ਕੁਝ ਸੇਵਾਦਾਰ ਗੁਰੂ ਰਾਏ ਸਾਹਿਬ ਜੀ ਨੇ ਭੇਜੇ ਸੀ, ਭਾਈ ਗੁਰਦਾਸ ਬਹਿਲੋਵੰਸੀ, ਤਾਰਾ ਚੰਦ ਆਦਿਕ, ਗੁਰਬਖਸ਼ ਮਸੰਦ, ਹੋਰ ਕਈ, ਪਰ ਹੁਣ ਜ਼ਿਆਦਾ ਹੋ ਗਏ ਨੇ। ਸਿੱਖਿਅਨ ਤੇ ਨਿਤ ਧਨ ਕੋ ਲਿਐ, ਔਰ ਬੜੀ ਮਾਇਆ, ਬਹੁਤ ਭੇਟਾ ਚੜ੍ਹਦੀ ਹੈ। ਮਸੰਦ ਵੀ ਬੜੇ ਭਰਤੀ ਹੋ ਗਏ ਨੇ, ਫੌਜਾਂ ਵੀ ਵੱਧ ਗਈਆਂ ਨੇ, ਹਾਥੀ ਘੋੜੇ ਵੀ ਵੱਧ ਗਏ ਨੇ। ਅਜ਼ਮਤ ਬ੍ਰਿੰਦ ਦੇਖ ਬੇ ਕਰਕੇ, ਬਾਬੇ ਰਾਮ ਰਾਏ ਦੀਆਂ ਨਿਤ ਨਵੀਆਂ ਕਰਾਮਾਤਾਂ ਵੇਖ ਕੇ ਬਹੁ ਸੰਗਤ ਪੀ ਸੁਜਸ ਉਚਰ ਕੇ, ਸੰਗਤਾਂ ਬਹੁਤ ਨਵੀਆਂ ਜੁੜ ਗਈਆਂ ਹਨ। ਦਿੱਲੀ ਜਿਹੜੇ ਪਹਿਲੇ ਸਿੱਖ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ, ਉਹ ਤਾਂ ਬਾਬੇ ਰਾਮ ਰਾਏ ਕੋਲ ਆਉਂਦੇ ਹੀ ਨੇ ਵੀ ਮਹਾਰਾਜ ਦਾ ਪੁੱਤਰ ਸਮਝ ਕੇ। ਜਿਹੜੇ ਦੂਸਰੇ ਹੋਰ ਨਵੇਂ ਸਿੱਖ ਵੀ ਕਈ ਜੁੜ ਗਏ ਹਨ। ਗਾਏ ਰਬਾਬੀ ਸ਼ਬਦ ਹਮੇਸ਼, ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ, ਰਬਾਬੀ ਸ਼ਬਦ ਕੀਰਤਨ ਗਾਉਂਦੇ ਰਹਿੰਦੇ ਹਨ। ਬੈਠਾ ਹੈ ਮੰਜੀ ਹੋਏ ਸ਼ਬ ਬੇਸ਼, ਬਾਬਾ ਜੀ ਸੋਹਣੇ ਕੱਪੜੇ ਪਾ ਕੇ, ਸੋਹਣੀ ਕਲਗੀ ਤੋੜਾ ਲਾ ਕੇ, ਬਾਦਸ਼ਾਹਾਂ ਦੀ ਤਰ੍ਹਾਂ, ਗੁਰੂਆਂ ਦੀ ਤਰ੍ਹਾਂ ਦਰਬਾਰ ਦੇ ਵਿੱਚ ਬੈਠਦੇ ਹਨ, ਤੇ ਸੰਗਤਾਂ ਆ ਕੇ ਮੱਥੇ ਟੇਕਦੀਆਂ ਹਨ। ਕਰਤ ਖਰੇ ਅਰਦਾਸ ਅਗਾਰੀ, ਅੱਗੇ ਅਰਦਾਸੀਏ ਮੇਵੜੇ ਖੜ ਕੇ ਅਰਦਾਸਾਂ ਵੀ ਕਰਦੇ ਹਨ। ਸਹਿਤ ਪ੍ਰੇਮ ਕੇ ਹੋਏ ਬਲਿਹਾਰੀ, ਤੇ ਸੰਗਤਾਂ ਬਾਬਾ ਜੀ ਨੂੰ ਗੁਰੂ ਮਹਾਰਾਜ ਦਾ ਪੁੱਤਰ ਸਮਝ ਕੇ ਬੜੇ ਪ੍ਰੇਮ ਨਾਲ ਬਲਿਹਾਰ ਜਾਂਦੀਆਂ ਹਨ। ਇੱਕ ਸਤ ਗੁਰ ਸਤ ਹੋਵਨ ਕਰਕੇ, ਇੱਕ ਗੁਰੂ ਦਾ ਪੁੱਤਰ ਹੋਣ ਕਰਕੇ, ਕਿਉਂਕਿ ਵਡਿਆਈ ਤਾਂ ਗੁਰੂ ਦੀ ਹੈ। ਗੁਰੂ ਦਾ ਪੁੱਤਰ ਹੋਣ ਕਰਕੇ ਬਾਬਾ ਰਾਮ ਰਾਏ ਜੀ ਗੁਰੂਆਂ ਦੀ ਤਰ੍ਹਾਂ ਹੀ ਗੱਦੀ ਲਾਉਂਦੇ ਹਨ। ਗੁਰ ਕਹਾਏ ਅਜ਼ਮਤ ਸੋ ਦਿਖਰ ਕੇ, ਆਪਣੇ ਆਪ ਨੂੰ ਗੁਰੂ ਹੀ ਕਹਾਉਂਦੇ ਹਨ। ਅਜੇ ਵੀ ਸਾਧ ਸੰਗਤ ਜੀ ਜਿਹੜੇ ਬਾਬੇ ਰਾਮ ਰਾਏ ਦੀ ਸੰਪਰਦਾਇ ਵਾਲੇ ਲੋਕ ਹਨ, ਉਹ ਗੁਰੂ ਰਾਮ ਰਾਏ ਜੀ ਕਹਿੰਦੇ ਹਨ। ਬਾਕੀ ਪੰਥ ਵਿੱਚ, ਖਾਲਸੇ ਵਿੱਚ ਉਹਨਾਂ ਨੂੰ ਬਾਬਾ ਰਾਮ ਰਾਏ ਜੀ ਕਿਹਾ ਜਾਂਦਾ ਹੈ। ਪਰ ਜਿਹੜੇ ਰਾਮ ਰਾਈਏ ਹਨ
ਉਹ ਉਹਨਾਂ ਨੂੰ ਗੁਰੂ ਰਾਮ ਰਾਏ ਕਹਿੰਦੇ ਹਨ, ਕਿਉਂਕਿ ਉਹਨਾਂ ਦੀ ਪਰੰਪਰਾ ਚੱਲ ਪਈ ਉਸੇ ਤਰ੍ਹਾਂ ਦੀ। ਸੋ ਬਾਬਾ ਰਾਮ ਰਾਏ ਜੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ। ਅਧਿਕ ਸਮਾਜ ਵਧਿਓ ਸਭ ਭਾਂਤੀ। ਔਰ ਬੜਾ ਸਾਜੋ ਸਮਾਨ ਵੱਧ ਗਿਆ ਹੈ, ਬਹੁਤ ਪ੍ਰਤਾਪ ਜ਼ਿਆਦਾ ਹੀ ਪਸਰ ਗਿਆ। ਕਹਿੰਦੇ ਵੀ ਜਿੰਨਾ 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਘਰ ਦਾ ਪਸਾਰਾ ਹੁੰਦਾ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਹਾਥੀ ਘੋੜੇ ਫੌਜਾਂ ਤੇ ਮਾਇਆ ਦੇ ਗੱਫੇ, ਸੰਗਤਾਂ ਦੇ ਜੋੜ ਮੇਲੇ, ਲੰਗਰਾਂ ਦੀਆਂ ਰੌਣਕਾਂ, ਦੀਵਾਨਾਂ ਦੀਆਂ ਰੌਣਕਾਂ, ਉਨੀਆਂ ਹੀ ਫਿਰ ਬਾਬੇ ਰਾਮ ਰਾਏ ਦੇ ਸਮੇਂ ਹੋਈਆਂ ਹਨ। ਦੇਸ਼ ਵਿਦੇਸ਼ਨ ਪਹਾ ਬਖਿਆਤੀ। ਬਾਬੇ ਰਾਮ ਰਾਏ ਦਾ ਦੇਸ਼ਾਂ ਪ੍ਰਦੇਸ਼ਾਂ 'ਚ ਬੜਾ ਪ੍ਰਤਾਪ ਫੈਲਿਆ ਹੈ। ਨੌ ਰੰਗ ਨਿਕਟ ਰਹਿਓ ਚਿਰਕਾਲ। ਔਰੰਗਜ਼ੇਬ ਦੇ ਕੋਲ ਬਹੁਤ ਲੰਮਾ ਸਮਾਂ ਬਾਬਾ ਰਾਮ ਰਾਏ ਜੀ ਰਹੇ ਹਨ ਦਿੱਲੀ ਦੇ ਵਿੱਚ। ਪਹੁੰਚ ਹਟੇ ਗਨਿਤ ਆਦਰ ਨਾਲ। ਰੋਜ਼ ਬਾਦਸ਼ਾਹ ਦੀ ਕਚਹਿਰੀ 'ਚ ਜਾਂਦੇ ਹਨ, ਬਾਦਸ਼ਾਹ ਬੜਾ ਆਦਰ ਮਾਣ ਕਰਦਾ ਹੈ। ਬਾਦੀ ਦੁਸ਼ਟ ਬਸਾਲ ਦਬਾਏ। ਜਿਹੜੇ ਵਾਦੀ ਸਨ, ਝਗੜਾਲੂ, ਕਾਜੀ, ਮੁੱਲਾਂ, ਦੁਸ਼ਟ ਬੰਦੇ, ਉਹਨਾਂ ਨੂੰ ਬਾਬੇ ਰਾਮ ਰਾਏ ਜੀ ਨੇ ਆਪਣੀ ਕਰਾਮਾਤ ਨਾਲ ਦਬਾ ਲਿਆ ਹੈ। ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ ਕਾਜੀਆਂ ਮੁਲਾਣਿਆਂ ਦੀ। ਚਾਹ ਬਰੋ ਪਰ ਬਸ ਨ ਬਸਾਏ। ਉਹ ਬਾਬਾ ਜੀ ਦੀ ਬਰਾਬਰੀ ਕਰਨੀ ਚਾਹੁੰਦੇ ਪਰ ਵਸ ਨਹੀਂ ਚੱਲਦਾ, ਕਿਉਂਕਿ ਬਾਬਾ ਜੀ ਦੀ ਸ਼ਕਤੀ ਦੇ ਸਾਹਮਣੇ ਸਾਰੇ ਕਾਜੀ ਮੁਲਾਣੇ, ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਉਹ ਫਿਰ ਉਸੇ ਠਠੰਬਰ ਜਾਂਦੇ ਹਨ ਬਾਬਾ ਜੀ ਦਾ ਪ੍ਰਤਾਪ ਦੇਖ ਕੇ। ਜਿਮ ਸੂਬੇ ਪਤ ਸ਼ਾਹੀ ਆਵਤ। ਜਿਵੇਂ ਸਾਧ ਸੰਗਤ ਜੀ ਬਾਦਸ਼ਾਹੀ ਸੂਬੇ ਹੁੰਦੇ ਨਾ, 22 ਸੂਬੇ ਹਿੰਦੁਸਤਾਨ ਦੇ, ਤੇ ਉਹ ਬਾਦਸ਼ਾਹ ਨੂੰ ਆ ਕੇ ਟੈਕਸ ਤਾਰਦੇ ਹਨ। ਸਿਵਕਾ ਰੂੜ ਸਦਾ ਤੇ ਮਜਾਵਤ। ਉਹ ਸੂਬੇ ਜਿਹੜੇ ਬਾਦਸ਼ਾਹ ਦੀ ਕਚਹਿਰੀ ਜਾਂਦੇ ਪਾਲਕੀ 'ਚ ਬਹਿ ਕੇ ਜਾਂਦੇ ਹਨ, ਤੇ ਬਾਬਾ ਰਾਮ ਰਾਏ ਜੀ ਵੀ ਪਾਲਕੀ 'ਚ ਹੀ ਜਾਂਦੇ। 22 ਸੂਬਿਆਂ ਦੀ ਤਰ੍ਹਾਂ ਉਹਨਾਂ ਦਾ ਰੁਤਬਾ ਹੈ। ਬਾਦਸ਼ਾਹ ਦੇ ਦਰਬਾਰ ਵਿੱਚ ਸਭ ਤੋਂ ਉੱਚੀ ਚੌਂਕੀ ਤੇ ਬਾਬਾ ਰਾਮ ਰਾਏ ਜੀ ਬੈਠਦੇ ਹਨ। ਕਵ ਸੰਤੋਖ ਸਿੰਘ ਸਤਿਗੁਰ ਆਨੰਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਲਿਖਦੇ ਹਨ ਵੀ ਸਤਿਗੁਰਾਂ ਦਾ ਸਾਹਿਬਜ਼ਾਦਾ ਬਾਬਾ ਰਾਮ ਰਾਏ, ਸਕਲ ਸਮਾਜ ਬਿਰਧਾਏ ਬਿਲੰਦ। ਉਹਨਾਂ ਨੇ ਆਪਣਾ ਸਾਜੋ ਸਮਾਨ ਬਹੁਤ ਵਧਾ ਲਿਆ ਹੈ। ਦੋਹਰਾ ਪੁਨ ਕੇਤਕ ਦਿਨ ਬਿਤ ਗਏ। ਫਿਰ ਸਾਧ ਸੰਗਤ ਜੀ ਕੁਝ 2-4 ਦਿਨ 10 ਦਿਨ ਬੀਤ ਗਏ, ਦਿਨ ਲੰਘਦੇ ਗਏ। ਹੱਠ ਤੇ ਫਿਰੇ ਸੁਭਾਏ। ਹੁਣ ਬਾਬਾ ਜੀ ਦਾ ਸੁਭਾਅ ਹੱਠ ਵਾਲੇ ਪਾਸਿਓਂ ਫਰਿਆ। ਪਹਿਲਾਂ ਤਾਂ ਮਨ ਦੇ ਵਿੱਚ ਸੀਗਾ ਵੀ ਮੇਰੇ ਪਿਤਾ ਜੀ ਨੇ ਮੈਨੂੰ ਕੱਢ ਦਿੱਤਾ, ਹੁਣ ਮੈਂ ਦਿੱਲੀ ਰਵਾਂਗਾ, ਕੀਰਤਪੁਰ ਸਾਹਿਬ ਜਾ ਕੇ ਕੀ ਕਰਾਂਗਾ, ਉੱਥੇ ਕਿਹੜਾ ਪਿਤਾ ਜੀ ਨੇ ਮੈਨੂੰ ਸਤਿਕਾਰ ਨਾਲ ਅੰਦਰ ਵੜਨ ਦੇਣਾ ਹੈ, ਇੱਥੇ ਹੀ ਰਵਾਂਗਾ। ਪਰ ਹੁਣ ਥੋੜ੍ਹਾ ਜਿਹਾ ਮਨ ਨਰਮ ਹੋਇਆ, ਬੰਦੇ ਦੇ ਖਿਆਲ ਬਦਲਦੇ ਹਨ। ਆਪਣੇ ਪਰਿਵਾਰ ਦਾ, ਆਪਣੇ ਖੂਨ ਦੀ ਖਿੱਚ ਵੀ ਪੈਂਦੀ ਹੈ। ਬੱਚੇ ਆਪਣੇ ਮਾਂ ਪਿਓ ਨਾਲ ਲੜ ਤਾਂ ਪੈਂਦੇ, ਝਗੜ ਤਾਂ ਪੈਂਦੇ ਆ, ਪਰ ਥੋੜ੍ਹੇ ਸਮੇਂ ਬਾਅਦ ਫਿਰ ਪਿਆਰ ਦੀ ਅੰਦਰ ਜਿਹੜੀ ਹੈ ਨਾ ਖਿੱਚ ਪੈਂਦੀ ਹੈ। ਤੇ ਬਾਬੇ ਰਾਮ ਰਾਏ ਦਾ ਹੁਣ ਸੁਭਾਅ ਥੋੜ੍ਹਾ ਜਿਹਾ ਨਰਮ ਹੋਇਆ ਹੈ। ਬੜਤਾ ਪਿਤ ਕੀ ਸਿਮਰ ਔਰ। ਇਹ ਸੋਚ ਕੇ ਵੀ ਚਲੋ ਪਿਤਾ ਹੀ ਨੇ, ਵੱਡੇ ਨੇ, ਜੇ ਮੈਨੂੰ ਉਹਨਾਂ ਨੇ ਕੁਝ ਕਹਿ ਦਿੱਤਾ ਹੈ ਤਾਂ ਮੈਂ ਉਹਨਾਂ ਦਾ ਬੱਚਾ ਹਾਂ, ਜਾ ਕੇ ਮਾफ़ੀ ਮੰਗ ਲਵਾਂ। ਇੱਦਾਂ ਦੀ ਸੋਚ ਸੋਚੀ ਹੈ। ਮਿਲਣ ਚਾਹੇ ਉਪਜਾਏ। ਪਿਤਾ ਜੀ ਨੂੰ ਮਿਲਣ ਦੀ, ਆਪਣੀ ਮਾਤਾ ਨੂੰ ਮਿਲਣ ਦੀ, ਆਪਣੇ ਭਾਈ ਨੂੰ ਮਿਲਣ ਦੀ, ਆਪਣੇ ਪਰਿਵਾਰ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਹੈ। ਤੇ ਕੀਰਤਪੁਰ ਸਾਹਿਬ ਵਾਪਸ ਆਉਣ ਦਾ ਖਿਆਲ ਵੀ ਬਾਬੇ ਰਾਮ ਰਾਏ ਦੇ ਮਨ 'ਚ ਪੈਦਾ ਹੋਇਆ ਹੈ। ਸ਼੍ਰੀ ਸਤਿਗੁਰ ਨਿਜ ਪਿਤਾ ਕੋ। ਆਪਣੇ ਪਿਤਾ ਮਹਾਰਾਜ ਗੁਰੂ ਰਾਏ ਸਾਹਿਬ ਜੀ ਨੂੰ ਕ੍ਰੋਧ ਸੁਨਿਓ ਦੁਖ ਪਾਏ। ਜਦੋਂ ਸੁਣਿਆ ਵੀ ਗੁੱਸੇ 'ਚ ਹਨ ਤੇ ਉਦੋਂ ਮਨ ਬੜਾ ਦੁਖੀ ਹੋਇਆ ਸੀ। ਕਹਾ ਬਾਤ ਬਿਪਰੈ ਭਈ। ਕਹਿਣ ਲੱਗੇ ਕੀ ਭਾਣਾ ਵਰਤ ਗਿਆ, ਸਾਰੀ ਗੱਲ ਉਲਟੀ ਪੁਲਟੀ ਹੋ ਗਈ ਹੈ। ਨਿਸ ਦਿਨ ਬਹੁ ਪਛਤਾਏ। ਮੇਰੇ ਕੋਲੋਂ ਬੜੀ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ। ਬਾਬਾ ਰਾਮ ਰਾਏ ਜੀ ਆਪਣੀ ਗਲਤੀ ਤੇ ਦਿਨ ਰਾਤ ਪਛਤਾਉਂਦੇ ਰਹਿੰਦੇ ਹਨ। ਅਬ ਕਰਤੱਵਯ ਹੈ ਕਿਆ ਮੋਹੀ। ਸੋਚਦੇ ਰਹਿੰਦੇ ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਹਿਰਦੇ ਵਿਚਾਰਤ ਸੰਕਟ ਹੋਹੀ। ਮਨ ਬੜਾ ਦੁਖੀ ਹੈ, ਕਿਸੇ ਨੂੰ ਆਪਣੇ ਦਿਲ ਦਾ ਦੁੱਖ ਦੱਸ ਵੀ ਨਹੀਂ ਸਕਦੇ। ਹਰ ਬੰਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ। ਜਦੋਂ ਕਿ ਇਹੋ ਜਿਹੀ ਸਮੱਸਿਆ ਹੁੰਦੀ ਹੈ ਵੀ ਬੰਦਾ ਦੁੱਖ ਕਿਸੇ ਨੂੰ ਦੱਸ ਵੀ ਨਾ ਸਕੇ ਤੇ ਉਹ ਫਿਰ ਅੰਦਰੋਂ ਅੰਦਰ ਹੀ ਪਛਤਾਉਂਦਾ ਰਹਿੰਦਾ ਹੈ। ਬਾਬਾ ਰਾਮ ਰਾਏ ਜੀ ਆਪਣੇ ਮਨ ਦੇ ਵਿੱਚ ਬੜੇ ਦੁਖੀ ਹਨ। ਯਾਵਾ ਪਿਤ ਸਮੀਪ ਇੱਕ ਵਾਰੀ। ਕਹਿੰਦੇ ਮਨ 'ਚ ਸੋਚਦੇ ਵੀ ਇੱਕ ਵਾਰੀ ਪਿਤਾ ਕੋਲ ਜਾਣਾ ਚਾਹੀਦਾ, ਇੱਕ ਵਾਰੀ ਮਹਾਰਾਜ ਗੁਰੂ ਰਾਏ ਸਾਹਿਬ ਜੀ ਨੂੰ ਮਿਲਣਾ ਚਾਹੀਦਾ, ਉਹਨਾਂ ਤੋਂ ਮਾफ़ੀ ਮੰਗਣੀ ਚਾਹੀਦੀ ਹੈ। ਬਖਸ਼ਾਵੋ ਕਰ ਜੋਰ ਅਗਾਰੀ। ਇੱਕ ਵਾਰੀ ਹੱਥ ਜੋੜ ਕੇ ਬਖਸ਼ਵਾ ਲਈਏ ਗਲਤੀ ਜੋ ਹੋ ਗਈ ਹੈ, ਵੀ ਚਲੋ ਪਿਤਾ ਜੀ ਮੇਰੀ ਮਜਬੂਰੀ ਬਣ ਗਈ ਸੀ, ਜਾਂ ਮੈਂ ਗਲਤੀ ਦੀ ਮਾफ़ੀ ਮੰਗਦਾ, ਬਸ
ਜਦੋਂ ਇਦਾਂ ਗਲਤੀ ਮੰਗਾਂਗਾ, ਮਾਫੀ ਮੰਗਾਂਗਾ ਤੇ ਬਖਸ਼ ਦੇਣਗੇ। ਇਮ ਨਿਸ਼ਚੈ ਕਰ ਕੈ ਬਹ ਪਾਏ, ਇਦਾਂ ਦਾ ਨਿਸ਼ਚਾ ਕਰਕੇ ਮਨ ਦੇ ਵਿੱਚ ਗੁਰ ਸਤ ਰਾਮ ਰਾਏ ਪਛਤਾਏ। ਬਾਬਾ ਰਾਮ ਰਾਏ ਜੀ ਪਛਤਾਉਂਦੇ ਰਹਿੰਦੇ ਆ ਵੀ ਹੇ ਪ੍ਰਮਾਤਮਾ, ਮੇਰੇ ਕੋਲੋਂ ਕਿਹੜੀ ਗਲਤੀ ਕਰਾਣੀ ਸੀ ਤੂੰ, ਇਹ ਮੈਂ ਬਹੁਤ ਵੱਡੀ ਭੁੱਲ ਕਰ ਬੈਠਾ, ਜਿਹੜੇ ਪਿਤਾ ਜੀ ਨੂੰ ਨਾਰਾਜ਼ ਕਰ ਲਿਆ ਹੈ। ਨੌ ਰੰਗ ਸੰਗ ਕਹਿਓ ਬਚ ਐਸੇ, ਫਿਰ ਸੋਚ ਸੋਚ ਕੇ ਬਾਬਾ ਰਾਮ ਰਾਏ ਜੀ ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਨੂੰ ਕਹਿਣ ਲੱਗੇ, ਅਬ ਰਖ ਸਦਦੇ ਹੋ ਜੈਸੇ ਕੈਸੇ। ਹੇ ਬਾਦਸ਼ਾਹ ਸਲਾਮਤ, ਹੁਣ ਤੁਸੀਂ ਮੈਨੂੰ ਵਿਦਾਇਗੀ ਦਿਓ, ਜਿਵੇਂ ਵੀ ਜਾਣੋ ਹੁਣ ਮੈਨੂੰ ਵਾਪਸ ਜਾਣਾ ਪੈਣਾ ਆਪਣੇ ਪਿਤਾ ਜੀ ਕੋਲ। ਸ਼ਾਹ ਨ ਮਾਨੈ ਕਹਿ ਬਨਾਏ, ਬਾਦਸ਼ਾਹ ਨਹੀਂ ਮੰਨਦਾ। ਔਰੰਗਜ਼ੇਬ ਕਹਿੰਦਾ ਹੈ, ਤੁਮਰੇ ਦਰਸ਼ਨ ਕੀ ਮੁਝ ਚਾਹੇ। ਬਾਬਾ ਜੀ ਮੈਂ ਤੁਹਾਨੂੰ ਨਹੀਂ ਜਾਣ ਦੇਣਾ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਮਨ ਨਹੀਂ ਲੱਗਣਾ, ਤੁਹਾਡੇ ਦਰਸ਼ਨਾਂ ਦੀ ਮੇਰੇ ਮਨ ਵਿੱਚ ਬੜੀ ਚਾਹਨਾ ਰਹਿੰਦੀ ਹੈ। ਰਹੋ ਕਿਤਕ ਦਿਨ ਇਹਾ ਗੁਜ਼ਾਰਹ, ਬਾਬਾ ਜੀ ਕੁਝ ਦਿਨ ਇੱਥੇ ਰਹੋ ਸਾਡੇ ਕੋਲ, ਦਿੱਲੀ ਦੇ ਵਿੱਚ ਗੁਜ਼ਾਰੋ ਸਮਾਂ, ਮੋਹਿ ਹਰਖ ਕਰ ਪੁਨਹ ਪਦਾਰਹ। ਮੈਨੂੰ ਹੋਰ ਖੁਸ਼ੀਆਂ ਦਿਓ, ਫਿਰ ਚਲੇ ਜਾਣਾ, ਅਜੇ ਥੋੜਾ ਸਮਾਂ ਹੋਰ ਰੁਕੋ। ਚਤੁਰ 5 ਦਿਨ ਬੂਝਤ ਰਹੇ, 2-4 ਦਿਨ ਫਿਰ ਬਾਬਾ ਜੀ ਨੇ ਫਿਰ ਪੁੱਛਿਆ, ਫਿਰ 4-5 ਦਿਨ ਬਾਅਦ ਫਿਰ ਪੁੱਛਿਆ। ਕਈ ਵਾਰੀ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਜਾਣ ਦੇ, ਮੇਰੀ ਮਜਬੂਰੀ ਹੈ, ਮੈਂ ਘਰੋਂ ਆਇਆ ਬਹੁਤ ਚਿਰ ਦਾ, ਆਪਣੇ ਪਿਤਾ ਜੀ ਕੋਲੋਂ ਆਪਣੀ ਮਾਤਾ ਨੂੰ ਨਹੀਂ ਮਿਲਿਆ, ਸੰਗਤਾਂ ਨੂੰ ਨਹੀਂ ਮਿਲ, ਆਪਣੇ ਪਰਿਵਾਰ 'ਚ ਜਾਣਾ ਚਾਹੁੰਦਾ ਹਾਂ। ਰੁਖ ਸਦ ਕਰਨ ਸ਼ਾਹ ਨਹ ਕਹੇ, ਬਾਦਸ਼ਾਹ ਵਿਦਾ ਕਰਨਾ ਮੰਨਦਾ ਹੀ ਨਹੀਂ। ਨਹੀਂ ਬਾਬਾ ਜੀ ਅਜੇ ਹੋਰ ਠਹਿਰ ਜਾਓ, ਥੋੜ੍ਹੇ ਦਿਨ ਹੋਰ ਠਹਿਰੋ, ਫਿਰ ਤੁਹਾਨੂੰ ਭੇਜ ਹੀ ਦਿਆਂਗੇ। ਬਾਬਾ ਜੀ ਵਾਪਸ ਜਾਣਾ ਚਾਹੁੰਦੇ ਆ, ਪਰ ਔਰੰਗਜ਼ੇਬ ਦੀ ਪਤਾ ਨਹੀਂ ਕੀ ਨੀਤੀ ਹੈ, ਉਹ ਬਾਬਾ ਜੀ ਨੂੰ ਵਿਦਾ ਨਹੀਂ ਕਰਕੇ ਰਾਜੀ। ਤਬ ਸ਼੍ਰੀ ਰਾਮ ਰਾਏ ਅਕਲਾਏ, ਤਾਂ ਬਾਬਾ ਰਾਮ ਰਾਏ ਜੀ ਬੜੇ ਵਿਆਕੁਲ ਹੋ ਗਏ, ਬੜੇ ਪਰੇਸ਼ਾਨ ਹੋ ਗਏ। ਹਮ ਹੈ ਜ਼ਰੂਰ ਬਨ ਹੈ ਤਹ ਜਾਏ, ਮਨ 'ਚ ਸੋਚਦੇ ਆ ਵੀ ਮੈਨੂੰ ਜਾਣਾ ਜ਼ਰੂਰੀ ਹੈ, ਮੇਰੀ ਮਜਬੂਰੀ, ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਕੋਲ ਇੱਕ ਵਾਰੀ ਜਾਣ ਦੇ। ਇੱਕ ਦਿਨ ਸ਼ਾਹ ਸ਼ਿਕਾਰ ਸਦਾਇਓ, ਇੱਕ ਦਿਨ ਦੀ ਗੱਲ ਹੈ, ਔਰੰਗਜ਼ੇਬ ਸ਼ਿਕਾਰ ਖੇਡਣ ਗਿਆ ਸੀ ਬੋਲ ਗੁਰੂ ਸਤ ਸੰਗ ਰਲਾਇਓ। ਤੇ ਬਾਬਾ ਜੀ ਨੂੰ ਵੀ ਨਾਲ ਬੁਲਾ ਲਿਆ ਵੀ ਨਾਲ ਚੱਲੋ ਸ਼ਿਕਾਰ ਖੇਡਣ। ਜਹਾਂ ਸ਼ਿਕਾਰ ਗਾਹ ਤਹ ਗਏ, ਜਿੱਥੇ ਜੰਗਲ 'ਚ ਸ਼ਿਕਾਰਗਾਹ ਵਿੱਚ ਸ਼ਿਕਾਰ ਖੇਡਣ ਗਿਆ ਬਾਦਸ਼ਾਹ ਤੇ ਬਾਬਾ ਰਾਮ ਰਾਏ ਜੀ, ਜੀਵ ਘਾਤ ਹਿਤ ਵਿਚਰਤ ਭਏ। ਉਥੇ ਜੀਵਾਂ ਨੂੰ ਲੱਭਦੇ ਫਿਰਦੇ, ਹਿਰਨਾਂ ਨੂੰ, ਹੋਰ ਜੰਗਲੀ ਜਾਨਵਰਾਂ ਨੂੰ ਮਾਰਦੇ ਹਨ। ਤਬ ਸ਼੍ਰੀ ਰਾਮ ਰਾਏ ਰਿਸ ਆਈ, ਤਾਂ ਬਾਬੇ ਰਾਮ ਰਾਏ ਜੀ ਨੂੰ ਗੁੱਸਾ ਆ ਗਿਆ ਔਰੰਗਜ਼ੇਬ ਉੱਤੇ। ਮਹਾ ਘਟਾ ਕਨ ਕੀ ਕੁਮਡਾਈ, ਗੁੱਸੇ ਵਿੱਚ ਆ ਕੇ ਬਾਬਾ ਰਾਮ ਰਾਏ ਜੀ ਨੇ ਆਪਣੀ ਕਰਾਮਾਤ ਦਾ ਚਮਤਕਾਰ ਦਿਖਾਇਆ। ਉਹਨਾਂ ਨੇ ਕਾਲੇ ਬੱਦਲਾਂ ਦੀ ਘਟਾ ਲੈ ਆਉਂਦੀ, ਬਹੁਤ ਸਾਰੇ ਬੱਦਲ ਸ਼ਕਤੀ ਦੇ ਨਾਲ ਪ੍ਰਗਟ ਕਰ ਦਿੱਤੇ। ਅਦਕ ਬੇਗ ਤੇ ਪਵਨ ਚਲਾਇਓ, ਬੜੀ ਤੇਜ਼ ਹਵਾ ਚੱਲੀ, ਹਨੇਰੀ ਆਈ, ਤੂਫਾਨ ਆਇਆ, ਮਹਾ ਧੂਲ ਜਤ ਡਰ ਉਪਜਾਇਓ। ਔਰ ਬੜੀ ਧੂੜ, ਮਿੱਟੀ, ਕੰਕਰ ਉੱਡ ਕੇ ਅੱਖਾਂ 'ਚ ਪੈਣ ਲੱਗ ਪਏ। ਜਿੰਨੀ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਸੀ ਸਾਰੀ ਅੰਨ੍ਹਿਆਂ ਕਰ ਦਿੱਤੀ ਮਿੱਟੀ ਘੱਟੇ ਨਾਲ। ਨਾ ਘੋੜਿਆਂ ਨੂੰ ਕੁਝ ਨਜ਼ਰ ਆਉਂਦਾ ਹੈ, ਨਾ ਬੰਦਿਆਂ ਨੂੰ। ਔਰਨ ਕੀ ਬਰਖਾ ਵੱਡ ਭਈ, ਪਿੱਛੋਂ ਗੜੇ ਪੈਣੇ ਸ਼ੁਰੂ ਕਰ ਦਿੱਤੇ, ਗੜੇ ਪਾ ਦਿੱਤੇ, ਬੜੇ ਮੋਟੇ ਮੋਟੇ ਗੜੇ ਪਾਈਆ ਦੇ ਬਰਫ਼ ਦੇ ਸਿਪਾਹੀਆਂ ਦੇ ਸਿਰਾਂ 'ਚ ਵੱਜਦੇ ਹਨ। ਲੱਗਹਿ ਦੇਹ ਪਰ ਪੀਰਾ ਦਈ, ਬਾਦਸ਼ਾਹ ਨੂੰ ਵੀ ਆ ਕੇ ਉਹ ਉੱਤੋਂ ਗੜੇ ਵੱਜਦੇ ਗੋਲੀਆਂ ਦੀ ਤਰ੍ਹਾਂ ਤੇ ਹੱਡ ਤੋੜਦੇ ਆ, ਬੜੀ ਪੀੜਾ ਦਿੰਦੇ ਆ। ਅਵਰੰਗ ਕਹੋ ਮਹਦ ਅਕਲਾਵਾ, ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੇ ਵਿੱਚ ਵੀ ਗੜੇ ਵੱਜੇ ਹਨ, ਸਰੀਰ ਦੇ ਉੱਤੇ ਠਾ ਤੇ ਉਹ ਘਬਰਾ ਗਿਆ ਹੈ, ਜੰਗਲ ਵਿੱਚ ਕੋਈ ਸਹਾਰਾ ਨਹੀਂ। ਲਸ਼ਕਰ ਭਗਿਓ ਮਹਾ ਦੁਖ ਪਾਵਾ, ਉਹਦੀ ਫੌਜ ਵੀ ਭੱਜ ਗਈ ਹੈ, ਘੋੜੇ ਵੀ ਭੱਜ ਗਏ ਹਨ, ਬੜੇ ਦੁਖੀ ਹੋਏ ਨੇ। ਗੜਿਆਂ ਦੀ ਮਾਰ ਹੀ ਇੰਨੀ ਕਰਾ ਦਿੱਤੀ ਬਾਬਾ ਜੀ ਨੇ। ਨਹੀਂ ਸ਼ਾਹ ਕਿਤ ਪਾਏ ਵਠੌਰ, ਤੇ ਬਾਦਸ਼ਾਹ ਨੂੰ ਕਿਤੇ ਵੀ ਲੁਕਣ ਨੂੰ ਥਾਂ ਨਹੀਂ ਮਿਲੀ। ਜੰਗਲ ਦੇ ਵਿੱਚ ਕੋਈ ਓਟ ਆਸਰਾ ਨਹੀਂ ਮਿਲਿਆ ਵੀ ਜਿੱਥੇ ਸਿਰ ਲੁਕਾ ਕੇ ਗੜਿਆਂ ਤੋਂ ਜਾਨ ਬਚਾ ਲਵੇ। ਪਵਨ ਧੂਲ ਔਰਨ ਤੇ ਬਾਰ, ਕਹਿੰਦੇ ਪਹਿਲਾਂ ਤਾਂ ਧੂੜ ਮਿੱਟੀ ਕੰਕਰ ਉੱਡ ਕੇ ਅੱਖਾਂ 'ਚ ਪਏ, ਅੱਖਾਂ ਲਾਲ ਹੋ ਗਈਆਂ। ਬਾਦਸ਼ਾਹ ਦੀ ਦਾੜੀ ਜਿਹੜੀ ਸਾਰੀ ਮਿੱਟੀ ਨਾਲ ਭਰ ਗਈ। ਬਾਕੀ ਜਿੰਨੇ ਸਿਪਾਹੀ ਸੀ ਉਹ ਵੀ ਇੱਦਾਂ ਹੀ ਮਿੱਟੀ ਘੱਟੇ ਨਾਲ ਲੱਥ-ਪੱਥ ਹੋ ਗਏ, ਇੱਧਰ ਉੱਧਰ ਭੱਜੇ ਫਿਰਦੇ। ਤੇ ਉੱਤੋਂ ਗੜਿਆਂ ਨੇ ਇਹੋ ਜਿਹੇ ਮਾਰ ਮਾਰੀ ਵੀ ਗੜਿਆਂ ਨੇ ਸੱਤੇ ਸੁਧਾਂ ਭੁਲਾ ਦਿੱਤੀਆਂ ਇਹਨਾਂ ਦੀਆਂ। ਜਹ ਸ਼੍ਰੀ ਰਾਮ ਰਾਏ ਥਿਰ ਰਹੇ, ਜਿੱਥੇ ਬਾਬਾ ਰਾਮ ਰਾਏ ਜੀ ਖੜੇ ਸਨ ਤਹਨ ਔਰਾ ਪਵਨ ਨ ਬਹੇ, ਉੱਥੇ ਕੋਈ ਗੜਾ ਨਹੀਂ ਪਿਆ, ਉੱਥੇ ਔਲੇ ਨਹੀਂ ਪਏ, ਉੱਥੇ ਨਾ ਤੂਫਾਨ ਤੇ ਨਾ ਗੜੇ,
ਬੜੇ ਆਰਾਮ ਨਾਲ ਖੜੇ ਹਨ ਬਾਬਾ ਰਾਮ ਰਾਏ ਜੀ। ਕਿਤਕ ਕਾਲ ਲੋ ਇਤ ਉਤ ਫਿਰ ਕੈ ਬਾਦਸ਼ਾਹ ਔਰੰਗਜ਼ੇਬ ਜੰਗਲ 'ਚ ਇੱਧਰ ਉੱਧਰ ਧੱਕੇ ਖਾ ਕੇ ਆਵਤ ਪਾਸ ਸਮੀਪ ਸਤਿਗੁਰ ਕੈ ਬਾਬਾ ਜੀ ਦੇ ਕੋਲ ਆ ਗਿਆ, ਬਾਬਾ ਰਾਮ ਰਾਏ ਜੀ ਦੇ। ਦੇਖ ਸ਼ਾਹੁਨ ਹਿਰਦੇ ਵਿਚਾਰਾ ਬਾਦਸ਼ਾਹ ਔਰੰਗੇ ਨੇ ਜਦੋਂ ਵੇਖਿਆ ਵੀ ਬਾਬਾ ਜੀ ਦੇ ਕੋਲ ਕੋਈ ਗੜੇ ਨਹੀਂ, ਕੋਈ ਮੀਂਹ ਨਹੀਂ, ਕੋਈ ਤੂਫਾਨ ਨਹੀਂ, ਨਾ ਇਹਨਾਂ ਦੇ ਸਰੀਰ ਤੇ ਕੋਈ ਗੜਿਆਂ ਦਾ ਨਿਸ਼ਾਨ ਹੈ, ਨਾ ਮਿੱਟੀ ਘੱਟੇ ਦਾ ਹੈ, ਬੜੇ ਆਰਾਮ ਨਾਲ ਖੜੇ ਨੇ। ਨੇੜੇ ਨੇੜੇ ਦੂਰ ਦੂਰ ਥੋੜੇ ਹਟ ਕੇ ਗੜੇ ਪੈ ਰਹੇ ਨੇ, ਪਰ ਜਿੱਥੇ ਬਾਬਾ ਜੀ ਖੜੇ ਨੇ ਉੱਥੇ ਕੁਛ ਵੀ ਨਹੀਂ ਹੈ। ਇਨਹੁ ਕ੍ਰੋਧ ਕੁਛ ਮੋਹ ਪਰ ਧਾਰਾ ਇਹ ਦੇਖ ਕੇ ਔਰੰਗਜ਼ੇਬ ਸਮਝ ਗਿਆ ਵੀ ਇਹ ਬਾਬੇ ਰਾਮ ਰਾਏ ਨੇ ਕੋਈ ਕਰਾਮਾਤ ਦਿਖਾਈ ਹੈ, ਮੇਰੇ ਤੇ ਗੁੱਸਾ ਕੱਢ ਰਹੇ ਨੇ, ਮੇਰੇ ਨਾਲ ਨਾਰਾਜ਼ ਨੇ ਬਾਬਾ ਜੀ। ਰੁਖ ਸਦ ਮੰਗਤ ਮੈਂ ਨਹਿ ਦੀਨ ਇਹ ਮੇਰੇ ਨਾਲ ਇਸ ਕਰਕੇ ਨਾਰਾਜ਼ ਨੇ ਵੀ ਇਹ ਵਿਦਾਇਗੀ ਮੰਗਦੇ ਨੇ ਤੇ ਮੈਂ ਇਹਨਾਂ ਨੂੰ ਵਿਦਾਇਗੀ ਦਿੰਦਾ ਨਹੀਂ। ਜਾਂ ਤੇ ਮਮ ਐਸੀ ਗਤ ਕੀਨ ਇਸ ਕਰਕੇ ਅੱਜ ਇਹਨਾਂ ਨੇ ਮੇਰੀ ਇਹ ਹਾਲਤ ਕੀਤੀ ਹੈ। ਇਹ ਗੜੇ ਪਵਾ ਕੇ ਹਨੇਰੀ ਤੂਫਾਨ ਲਿਆ ਕੇ ਮੈਨੂੰ ਝਟਕਾ ਦਿੱਤਾ ਹੈ ਵੀ ਤੂੰ ਬੰਦਾ ਬਣ ਜਾ, ਸਾਡੇ ਨਾਲ ਮੱਥਾ ਨਾ ਲਾ ਤੇ ਸਾਨੂੰ ਵਿਦਾਇਗੀ ਦੇ ਦੇ। ਨਮਰ ਹੋਏ ਕਰ ਬਾਖ ਬਖਾਨਾ ਔਰੰਗਜ਼ੇਬ ਨੇ ਬੜੀ ਨਿਮਰਤਾ ਨਾਲ ਬਾਬਾ ਜੀ ਨੂੰ ਬੇਨਤੀ ਕੀਤੀ। ਸ਼ੌਕ ਦਰਸ ਕੋ ਮੋਹ ਮਹਾਨਾ ਦੇਖੋ ਬਾਬਾ ਜੀ, ਮੈਂ ਤੁਹਾਨੂੰ ਇਸ ਕਰਕੇ ਨਹੀਂ ਜਾਣ ਦਿੰਦਾ ਵੀ ਮੈਨੂੰ ਤੁਹਾਡੇ ਦਰਸ਼ਨਾਂ ਦਾ ਬੜਾ ਸ਼ੌਂਕ ਹੈ, ਤੁਹਾਡੇ ਦਰਸ਼ਨਾਂ ਨਾਲ ਮੈਨੂੰ ਬੜਾ ਆਨੰਦ ਆਉਂਦਾ ਹੈ। ਜਾਂ ਤੇ ਮੈਂ ਰਖ ਸਦ ਨਹਿ ਕਰੇ ਇਸ ਕਰਕੇ ਮੈਂ ਤੁਹਾਨੂੰ ਵਿਦਾਇਗੀ ਨਹੀਂ ਦਿੰਦਾ, ਆਪਣੇ ਕੋਲ ਰੱਖਣਾ ਚਾਹੁੰਦਾ ਹਾਂ। ਅਬ ਤਿਮ ਕਰਹੁ ਜਥਾ ਉਰ ਧਰੇ ਤੁਸੀਂ ਨਾਰਾਜ਼ ਨਾ ਹੋਵੋ, ਹੁਣ ਤੁਹਾਡੀ ਜਿਵੇਂ ਮਰਜ਼ੀ ਹੈ। ਜੇ ਤੁਸੀਂ ਵਾਪਸ ਜਾਣਾ ਹੀ ਚਾਹੁੰਦੇ ਹੋ ਪਿਤਾ ਜੀ ਕੋਲ ਤਾਂ ਜਾ ਸਕਦੇ ਹੋ, ਪੁਨ ਤੂਰਨ ਹੀ ਦਰਸ਼ਨ ਦੀਜੈ ਪਰ ਕਿਰਪਾ ਕਰਿਆ ਜੇ ਛੇਤੀ ਆ ਜਾ ਜੇ, ਮੈਨੂੰ ਫਿਰ ਦਰਸ਼ਨ ਦਿਆ ਜੇ। ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਚੈਨ ਨਹੀਂ ਆਉਂਦੀ। ਤੁਸੀਂ ਕਿਰਪਾ ਕਰਿਆ ਜੇ ਦਿੱਲੀ ਵਾਪਸ ਛੇਤੀ ਆ ਜਾਇਆ ਜੇ। ਆਪਣੇ ਸਦਨ ਵਿਖੈ ਗਮਨੀਜੈ ਤੇ ਬਾਬਾ ਜੀ ਹੁਣ ਤੁਸੀਂ ਆਪਣੇ ਘਰ ਜਾਓ, ਆਪਣੇ ਪਿਤਾ ਜੀ ਨੂੰ, ਆਪਣੀ ਮਾਤਾ ਨੂੰ, ਆਪਣੇ ਭਾਈ ਨੂੰ, ਆਪਣੀਆਂ ਸੰਗਤਾਂ ਨੂੰ ਮਿਲੋ ਕੀਰਤਪੁਰ ਸਾਹਿਬ ਜਾ ਕੇ। ਤਬ ਸ਼੍ਰੀ ਰਾਮ ਰਾਏ ਮੁਸਕਾਨੇ ਬਾਦਸ਼ਾਹ ਨੇ ਜਦੋਂ ਵਿਦਾਇਗੀ ਦੇ ਦਿੱਤੀ ਤੇ ਬਾਬਾ ਰਾਮ ਰਾਏ ਜੀ ਮੁਸਕਰਾ ਪਏ ਤਬ ਮਨ ਬਹੁ ਹੰਕਾਰ ਕੋ ਠਾਨੇ ਤੇ ਹੱਸ ਕੇ ਕਹਿੰਦੇ, ਬਾਦਸ਼ਾਹ ਤੂੰ ਬੜਾ ਹੰਕਾਰੀ ਹੈ, ਤੇਰੇ ਮਨ 'ਚ ਬੜਾ ਹੰਕਾਰ ਹੈ। ਜਿਸ ਸੈ ਨਾਤੇ ਲਖੈ ਵਡੇਰੇ ਜਿਹੜੀ ਤੂੰ ਫੌਜ ਦਾ ਬੜਾ ਮਾਣ ਕਰਦਾ ਆਪਣੀ ਤਾਕਤ ਦਾ, ਵੀ ਮੇਰੇ ਕੋਲ ਬੜੇ ਫੌਜੀ ਨੇ, ਬੜੇ ਜਵਾਨ ਨੇ, ਬੜੇ ਘੋੜਸਵਾਰ ਨੇ, ਮੇਰੇ ਨਾਲ ਰਹਿੰਦੇ ਨੇ। ਸੋ ਅਬ ਕਹਾ ਨ ਦੀਖਤ ਨੇਰੇ ਉਹ ਕਿੱਥੇ ਗਏ ਨੇ? ਇਕੱਲਾ ਖੜਾ ਹੈ ਜੰਗਲ ਦੇ ਵਿੱਚ, ਕਿੱਥੇ ਨੇ? ਨਜ਼ਰ ਨਹੀਂ ਆਉਂਦੇ, ਸਾਰੇ ਭੱਜ ਗਏ ਨੇ ਤੇਰਾ ਸਾਥ ਛੱਡ ਕੇ। ਜਾਂ ਤੇ ਸਭ ਖੁਦਾਏ ਕੈ ਹਾਥ ਇਸ ਕਰਕੇ ਬਾਦਸ਼ਾਹ ਇੱਕੋ ਹੀ ਪਾਤਸ਼ਾਹ ਹੈ, ਉਹ ਗੁਰੂ ਨਾਨਕ ਪਰਮੇਸ਼ਰ ਹੈ, ਸਭ ਉਹਦੇ ਹੱਥ ਵਿੱਚ ਹੈ। ਉਸ ਖੁਦਾ ਤੋਂ ਵੱਡਾ ਕੋਈ ਨਹੀਂ ਹੈ, ਸਭ ਤੋਂ ਵੱਡਾ ਉਹੀ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਕਹਾ ਹੋਏ ਧਨ ਦਲ ਬਲ ਸਾਥ ਹਾਂ, ਇਹ ਪੈਸੇ ਨਾਲ ਫੌਜਾਂ ਨਾਲ ਕੁਛ ਨਹੀਂ ਬਣਦਾ, ਇਹ ਸਭ ਝੂਠੀ ਮਾਇਆ ਹੈ। ਜਿਸ ਝੂਠੀ ਮਾਇਆ ਨੂੰ ਦੇਖ ਕੇ ਤੁਸੀਂ ਭੁੱਲ ਗਏ ਹੋ, ਉਹ ਸੱਚੇ ਪਾਤਸ਼ਾਹ ਨੂੰ, ਪਰਮਾਤਮਾ ਨੂੰ ਭੁੱਲੇ ਫਿਰਦੇ ਹੋ। ਅਬ ਹਮ ਪਿਤ ਸਤਿਗੁਰ ਟਿਕ ਜਾਵੈ ਹੁਣ ਅਸੀਂ ਆਪਣੇ ਪਿਤਾ ਸਤਿਗੁਰੂ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਦਰਸ਼ਨ ਦੇਖਿਆ ਹੈ ਸੀਸ ਨਿਵਾਵੈ ਆਪਣੇ ਪਿਤਾ ਜੀ ਦੇ ਦਰਸ਼ਨ ਕਰਾਂਗੇ ਕੀਰਤਪੁਰ ਸਾਹਿਬ ਜਾ ਕੇ, ਉਹਨਾਂ ਦੇ ਚਰਨਾਂ 'ਚ ਸੀਸ ਨਵਾਵਾਂਗੇ, ਉਹਨਾਂ ਨੂੰ ਮੱਥਾ ਟੇਕਾਂਗੇ। ਦਾਤਾ ਸਾਸ ਗਿਰਾਸ ਹਮਾਰੋ ਸਾਡੇ ਪਿਤਾ ਜੀ ਸਾਡੇ ਸਭ ਕੁਝ ਹਨ, ਉਸ ਦਾਤੇ ਹਨ ਸਾਡੇ ਸਾਸ ਗਿਰਾਸ ਦੇ, ਅਸੀਂ ਉਹਨਾਂ ਦੇ ਦਿੱਤੇ ਸਵਾਸਾਂ ਨਾਲ ਜੀ ਰਹੇ ਹਾਂ। ਸਰਬ ਭਾਂਤ ਸਮਰੱਥ ਗੁਰ ਭਾਰੋ ਸਮਰੱਥ ਹਨ, ਉਹ ਸਰਬ ਕਲਾ ਸਮਰੱਥ ਹਨ ਸਤਿਗੁਰੂ ਜੀ। ਪੁਰ ਦਿੱਲੀ ਮਹਿ ਤਬ ਚਲ ਆਏ ਬਾਬਾ ਰਾਮ ਰਾਏ ਜੀ ਕਹਿੰਦੇ ਅਸੀਂ ਆਪਣੇ ਪਿਤਾ ਜੀ ਦੇ ਕੋਲ ਜਾਣਾ, ਫਿਰ ਜਦੋਂ ਜੀ ਕਰੇਗਾ ਆ ਜਾਵਾਂਗੇ। ਇੱਦਾਂ ਕਹਿੰਦੇ ਹੋਏ ਬਾਦਸ਼ਾਹ ਸਮੇਤ ਵਾਪਸ ਦਿੱਲੀ 'ਚ ਆ ਗਏ ਜੰਗਲ 'ਚੋਂ। ਸ਼ਾਹ ਪਦਾਰਥ ਬਹੁ ਅਰਪਾਏ ਬਾਦਸ਼ਾਹ ਨੇ ਬਾਬਾ ਜੀ ਨੂੰ ਵਿਦਾ ਕਰਨ ਵਾਸਤੇ ਬੜੀਆਂ ਵਧੀਆ ਵਧੀਆ ਸੁਗਾਤਾਂ ਦਿੱਤੀਆਂ, ਚੰਗੇ ਘੋੜੇ ਦਿੱਤੇ, ਚੰਗੇ ਸ਼ਸਤਰ, ਮਾਇਆ, ਬਹੁਤ ਕੁਝ ਭੇਟਾ, ਹੀਰੇ ਮੋਤੀ, ਸੋਨਾ ਚਾਂਦੀ ਦਿੱਤਾ। ਜੋ ਬਹੁ ਮੋਲੇ ਬਸਤਰ ਅਭਰਨ ਬੜੇ ਕੀਮਤੀ ਮਹਿੰਗੇ ਮਹਿੰਗੇ ਕੱਪੜੇ ਜਿਹੜੇ ਹਜ਼ਾਰਾਂ ਰੁਪਈਏ ਮੀਟਰ ਆਉਂਦੇ ਹਨ,
ਤੇ ਬਹੁਤ ਕੀਮਤੀ ਜਿਹੜੇ ਗਹਿਣੇ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਦੇ ਪਹਿਨਣ ਵਾਲੇ ਹੁੰਦੇ ਹਨ। ਦੇ ਸ਼ਾਹ ਹਿਤ ਰੁਖ ਸਦ ਕਰਨ। ਉਹ ਮਹਿੰਗੇ ਕੱਪੜੇ ਤੇ ਗਹਿਣੇ ਹੀਰੇ ਮੋਤੀ ਬਾਦਸ਼ਾਹ ਨੇ ਦੇ ਕੇ ਬਾਬਾ ਜੀ ਨੂੰ ਵਿਦਾ ਕੀਤਾ। ਦਰਬ ਤਰੰਗਮ ਬ੍ਰਿਧ ਪਠਾਏ। ਬਹੁਤ ਮਾਇਆ ਵੀ ਭੇਜੀ, ਘੋੜੇ ਵੀ ਭੇਜੇ ਬਹੁਤ ਸਾਰੇ। ਗੁਰਨੰਦਨ ਡੇਰੇ ਕਹ ਆਏ। ਤੇ ਬਾਬਾ ਜੀ ਆਪਣੇ ਡੇਰੇ ਮਜਨੂ ਦੇ ਟਿੱਲੇ ਆ ਗਏ। ਹਿਰਦਾ ਉਦਾਸ ਬਹੁਤ ਜਿਨ ਕੇਰਾ। ਮਨ 'ਚ ਬੜੀ ਉਦਾਸੀ, ਉੱਤੋਂ ਭਾਵੇਂ ਨਹੀਂ ਛੋ ਹੋਣ ਦਿੰਦੇ ਪਰ ਅੰਦਰੋਂ ਮਨ ਦੁਖੀ ਬੜਾ ਹੈ ਬਾਬੇ ਰਾਮ ਰਾਏ ਜੀ ਹੋਰਾਂ ਦਾ। ਹਰਖ ਨ ਕਰਹਿ ਕਬ ਹੋ ਤਿਸ ਬੇਰਾ। ਕਦੀ ਚਿਹਰੇ ਤੇ ਖੁਸ਼ੀ ਦਾ ਚਿਹਰਾ ਨਹੀਂ ਆਉਂਦੇ। ਜਿਹੜਾ ਚਿਹਰਾ ਹਰ ਵੇਲੇ ਹੱਸੂ ਹੱਸੂ ਕਰਦਾ ਸੀ, ਖਿੜਿਆ ਰਹਿੰਦਾ ਸੀ ਕਮਲ ਦੇ ਫੁੱਲ ਦੀ ਤਰ੍ਹਾਂ, ਹੁਣ ਬਾਬਾ ਜੀ ਦਾ ਮਨ ਮੁਰਝਾਇਆ ਰਹਿੰਦਾ ਹੈ। ਸਕਲ ਸਮਾਜ ਤਹਾਂ ਹੀ ਛੋਰਾ। ਬਾਬਾ ਜੀ ਨੇ ਆਪਣਾ ਬਹੁਤਾ ਸਾਜੋ ਸਮਾਨ, ਹਾਥੀ ਘੋੜੇ ਦਿੱਲੀ ਛੱਡ ਦਿੱਤੇ। ਲੈ ਕਰ ਸੰਗ ਆਪਨੇ ਥੋਰਾ। ਥੋੜਾ ਜਿਹਾ ਸਮਾਨ, ਥੋੜੇ ਜਿਹੇ ਘੋੜੇ, ਥੋੜੇ ਜਿਹੇ ਸੇਵਾਦਾਰ, ਥੋੜੀ ਜਿਹੀ ਫੌਜ ਨਾਲ ਲਈ ਵੀ ਐਡਾ ਲਾਓ ਲਸ਼ਕਰ ਦਿੱਲੀ ਤੋਂ ਕੀਰਤਪੁਰ ਸਾਹਿਬ ਕਿਵੇਂ ਲੈ ਜਾਵਾਂਗੇ। ਬਾਕੀ ਸਾਰਾ ਕੁਝ ਉੱਥੇ ਹੀ ਛੱਡ ਦਿੱਤਾ ਮਜਨੂ ਦੇ ਟਿੱਲੇ ਗੁਰਦੁਆਰੇ। ਤੇ ਆਪ ਬਾਬਾ ਰਾਮ ਰਾਏ ਜੀ ਥੋੜੇ ਜਿਹੇ 10-20 ਸੇਵਾਦਾਰ ਨਾਲ ਲੈ ਕੇ ਚੱਲ ਪਏ। ਦਿੱਲੀ ਪੁਰਨਿਜ ਸਿੱਖ ਟਿਕਾਏ। ਆਪਣੇ ਸਿੱਖਾਂ ਨੂੰ, ਆਪਣੀ ਫੌਜ ਨੂੰ ਦਿੱਲੀ ਛੱਡ ਕੇ ਰਾਖਿਓ ਸਭ ਸਮਾਜ ਸਮੁਦਾਇ। ਉਹਨਾਂ ਨੂੰ ਕਹਿ ਕੇ ਵੀ ਤੁਸੀਂ ਸਾਰਾ ਸਾਜੋ ਸਮਾਨ ਸਾਂਭਣਾ, ਡੇਰਾ ਸਾਂਭ ਕੇ ਰੱਖਣਾ ਹੈ। ਤੇ ਆਪ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਅਰਪ ਨਰਣ ਸੋ ਕੀ ਨਸਪਿਆਨਾ। ਥੋੜੇ ਜਿਹੇ ਬੰਦਿਆਂ ਨਾਲ ਬਾਬਾ ਰਾਮ ਰਾਏ ਜੀ ਚਾਲਾ ਮਾਰ ਦਿੱਤਾ ਦਿੱਲੀ ਤੋਂ। ਚਲਤ ਬਸੂਰਤ ਹਿਰਦੇ ਮਹਾਨਾ। ਰਸਤੇ 'ਚ ਬੜੀਆਂ ਹੀ ਗੱਲਾਂ ਮਨ 'ਚ ਸੋਚਦੇ ਐ। ਦਿੱਲੀ ਤੋਂ ਕੀਰਤਪੁਰ ਸਾਹਿਬ 300 ਕਿਲੋਮੀਟਰ ਬਣਦਾ ਹੈ। ਰਸਤੇ 'ਚ ਆਉਂਦਿਆਂ ਸੋਚੀ ਜਾਂਦੇ, ਜਿੱਥੇ ਰਾਤ ਪੈਂਦੀ ਉੱਥੇ ਵੀ ਨੀਂਦ ਨਹੀਂ ਆਉਂਦੀ। ਜਦੋਂ ਦਿਨੇ ਤੁਰਦੇ ਹਨ ਉਦੋਂ ਵੀ ਮਨ ਵਿੱਚ ਬੇਚੈਨੀ ਰਹਿੰਦੀ ਹੈ। ਮਾਰਗ ਆਵਤ ਕੀਰਤਪੁਰ ਕੇ। ਸ੍ਰੀ ਕੀਰਤਪੁਰ ਸਾਹਿਬ ਦੇ ਰਸਤੇ ਤੇ ਤੁਰੇ ਆਉਂਦੇ ਨੇ। ਹਿਰਦੇ ਵਿਚਾਰਤ ਚਰਤ ਜੇ ਗੁਰ ਕੇ। ਕਹਿੰਦੇ ਗੁਰੂ ਦੇ ਕੌਤਕਾਂ ਨੂੰ, ਗੁਰੂ ਦੇ ਚਰਿਤਰਾਂ ਨੂੰ ਸੋਚਦੇ ਨੇ। ਕ੍ਰਮ ਤੇ ਕਰਿਓ ਉਲੰਘਨ ਸਾਰੋ। ਸਾਰਾ ਪੈਂਡਾ ਲੰਘ ਕੇ ਦਵਾਦਸ਼ ਕੋਸ ਪੰਥ ਰਹਿ ਸਾਰੋ। ਸਾਰਾ ਪੈਂਡਾ ਤੈਅ ਕਰਕੇ ਜਦੋਂ 12 ਕੋਹ ਰਹਿ ਗਏ ਸ੍ਰੀ ਕੀਰਤਪੁਰ ਸਾਹਿਬ, ਰੋਪੜ ਦੇ ਕੋਲ ਆ ਪਹੁੰਚੇ। ਡੇਰਾ ਕਰਿਓ ਟਿਕਾਵਨ ਤਹੀਂ। ਇੱਥੇ ਰੋਪੜ ਕੋਲ ਆ ਕੇ ਬਾਬਾ ਰਾਮ ਰਾਏ ਜੀ ਨੇ ਆਪਣਾ ਡੇਰਾ ਕੀਤਾ। ਇੱਥੇ ਤੰਬੂ ਲਾ ਲਏ, ਘੋੜੇ ਬੰਨ੍ਹ ਦਿੱਤੇ। ਗੁਰਬਚ ਕੋ ਚਿਤ ਵਿਓ ਚਿਤ ਮਹੀ। ਗੁਰੂ ਸਾਹਿਬ ਦਾ ਬਚਨ ਚੇਤੇ ਕੀਤਾ ਵੀ ਮਹਾਰਾਜ ਨੇ ਕਿਹਾ ਸੀ ਸਾਡੇ ਮੱਥੇ ਨਾ ਲੱਗੇ, ਦਰਸ਼ਨ ਨਹੀਂ ਕਰਨੇ ਉਹਦੇ, ਅਸੀਂ ਨਾ ਉਹਨੂੰ ਦਰਸ਼ਨ ਦੇਣੇ ਆ। ਇਸ ਗੱਲ ਨੂੰ ਵੀ ਜੇ ਉੱਥੇ ਸਿੱਧਾ ਚਲੇ ਜਾਂਦੇ ਤੇ ਫਿਰ ਬਚਨ ਦੀ ਅਵੱਗਿਆ ਹੋਣੀ ਸੀ ਵੀ ਉਹਨਾਂ ਨੇ ਕਹਿਣਾ ਸੀ ਵੀ ਤੈਨੂੰ ਅਸੀਂ ਆਉਣਾ ਹੀ ਨਹੀਂ ਤੇ ਆਇਆ ਕਿਉਂ ਹੈ। ਫਿਰ ਪਿਤਾ ਜੀ ਦੇ ਹੁਕਮ ਦੀ ਵੱਡੀ ਇੱਕ ਤਾਂ ਪਹਿਲਾਂ ਗਲਤੀ ਹੋਈ, ਫਿਰ ਦੂਜੀ ਹੋ ਜਾਣੀ ਸੀ। ਇਸ ਕਰਕੇ ਗੁਰੂ ਦੇ ਬਚਨ ਨੂੰ ਚੇਤੇ ਕੀਤਾ ਹੈ। ਮੁਖ ਨਾ ਦਿਖਾਵੋ ਆਪਣੋ ਆਏ। ਮਹਾਰਾਜ ਨੇ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਵੀ ਸਾਡੇ ਸਾਹਮਣੇ ਮੱਥੇ ਨਾ ਲੱਗੇ, ਮੂੰਹ ਨਾ ਦਿਖਾਵੇ ਸਾਨੂੰ ਆ ਕੇ। ਜਾਂ ਤੇ ਨਹਿਗਮ ਨਿਓ ਅਗਵਾਏ। ਇਸ ਕਰਕੇ ਬਾਬਾ ਰਾਮ ਰਾਏ ਜੀ ਉੱਥੇ ਹੀ ਰੁਕ ਗਏ ਹਨ। ਰੋਪੜ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੱਠਾ ਸਾਹਿਬ ਹੈ, ਇਹਦੇ ਨੇੜੇ ਹੀ ਪੜਾਅ ਕੀਤਾ ਸੀ ਕਹਿੰਦੇ ਹਨ। ਹਿਰਦਾ ਵਿਖੇ ਗਿਨ ਗਿਨ ਬਹੁ ਗਿਣਤੀ। ਮਨ ਦੇ ਵਿੱਚ ਬੜੀ ਗਿਣਤੀ ਸੋਚ ਵਿਚਾਰ ਆਈ ਬਾਬੇ ਰਾਮ ਰਾਏ ਦੇ। ਲਿਖੀ ਪਤਰਿਕਾ ਨਿਜ ਕਰ ਬੇਨਤੀ। ਔਰ ਇੱਥੋਂ ਫਿਰ ਬਾਬੇ ਰਾਮ ਰਾਏ ਨੇ ਆਪਣੇ ਹੱਥ ਨਾਲ ਇੱਕ ਚਿੱਠੀ ਲਿਖੀ ਹੈ, ਪਿਤਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਰਾਵਰ ਕੀ ਆਗਿਆ ਜਿਮ ਹੋਏ। ਇਹ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਪੁੱਤਰ ਹਾਂ, ਮਾੜਾ ਹਾਂ ਚੰਗਾ ਹਾਂ, ਗਲਤੀ ਬਲਤੀ ਮੇਰੇ ਤੋਂ ਬਹੁਤ ਹੋਈ, ਪਰ ਮੈਂ ਹੁਣ ਤੁਹਾਡੇ ਕੋਲ ਆਇਆ ਹਾਂ ਪਿਤਾ ਜੀ, ਮੈਨੂੰ ਕੀ ਆਗਿਆ ਹੈ, ਕੀ ਹੁਕਮ ਹੈ। ਕਰੀ ਜਾਏ ਸਭ ਹੂੰ ਤੇ ਸੋਏ। ਜਿਵੇਂ ਮਹਾਰਾਜ ਤੁਸੀਂ ਕਹੋਗੇ ਉਵੇਂ ਕਰਾਂਗਾ। ਮੈਂ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਬਿਨ ਮਰਜ਼ੀ ਮੈਂ ਨਿਕਟ ਨ ਆਇਓ। ਕਿਉਂਕਿ ਮੈਂ ਤੁਹਾਡਾ ਪੁੱਤਰ ਹਾਂ, ਮੇਰਾ ਜੀ ਤਾਂ ਕਰਦਾ ਸੀ ਮੈਂ ਭੱਜ ਕੇ ਤੁਹਾਡੇ ਕੋਲ ਆ ਜਾਂਦਾ ਤੇ ਤੁਹਾਡੇ ਚਰਨਾਂ ਨੂੰ ਮੱਥਾ ਟੇਕਦਾ, ਮਾਤਾ ਜੀ ਨੂੰ ਮਿਲਦਾ, ਪਰ ਮਹਾਰਾਜ ਤੁਹਾਡੀ ਮਰਜ਼ੀ ਦਾ ਮੈਨੂੰ ਪਤਾ ਕਿ ਤੁਸੀਂ ਹੁਕਮ ਸਖਤ ਦਿੱਤਾ ਹੋਇਆ। ਤੁਹਾਡੀ ਮਰਜ਼ੀ ਤੋਂ ਬਿਨਾਂ ਮੈਂ ਕੀਰਤਪੁਰ ਸਾਹਿਬ ਨਹੀਂ ਆਉਣਾ ਚਾਹੁੰਦਾ। ਤੁਸੀਂ ਮੈਨੂੰ ਹੁਕਮ ਦਿਓ ਤੇ ਮੈਂ ਆ ਕੇ ਤੁਹਾਡੇ ਦਰਸ਼ਨ ਕਰਾਂ। ਦਰਸ਼ਨ ਕੋ ਹਿਅਰਾ ਲਲਚਾਓ। ਮਨ ਬੜਾ ਹੀ ਤਰਸਦਾ ਤੁਹਾਡੇ ਦਰਸ਼ਨਾਂ ਨੂੰ ਪਿਤਾ ਜੀ। ਜਿਮ ਆਇਸ ਅਬ ਤੈਸ ਕਰੋ। ਹੁਣ ਮੈਨੂੰ ਕੀ ਆ ਗਿਆ ਹੈ, ਜਿਵੇਂ ਹੁਕਮ ਹੋਵੇਗਾ ਮੈਂ ਉਵੇਂ ਕਰਾਂਗਾ। ਮੈਨੂੰ ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਆਗਿਆ ਦੇ ਦਿਓ ਪਿਤਾ ਜੀ। ਆਪਣੋ ਦੋਸ਼ ਆਪ ਹੀ ਭਰੋ। ਮੈਂ ਆਪਣੇ ਦੋਸ਼ਾਂ ਦਾ, ਆਪਣੇ ਗੁਨਾਹਾਂ ਦਾ ਆਪ ਹੀ ਜ਼ਿੰਮੇਵਾਰ ਹਾਂ।
ਜਿਹੜੀ ਮੈਨੂੰ ਤੁਸੀਂ ਸਜ਼ਾ ਲਾਓਗੇ ਮੈਂ ਭੋਗਣ ਨੂੰ ਤਿਆਰ ਹਾਂ। ਮੇਰੀ ਤੇ ਕਿਰਪਾ ਕਰੋ, ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ। ਇਤਿਆਦਿਕ ਲਿਖ ਪੱਥਰ ਪਠਾਈ। ਇਸ ਤਰ੍ਹਾਂ ਬਾਬੇ ਰਾਮ ਰਾਏ ਜੀ ਨੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਵੱਲ ਚਿੱਠੀ ਲਿਖ ਕੇ ਸੇਵਾਦਾਰ ਮੇਵੜੇ ਦੇ ਹੱਥ ਭੇਜੀ ਹੈ। ਸ਼੍ਰੀ ਸਤਿਗੁਰ ਕੇ ਟਿਗ ਪਹੁੰਚਾਈ। ਮੇਵੜਾ ਲੈ ਕੇ ਚਿੱਠੀ ਰੋਪੜ ਤੋਂ ਤੁਰਿਆ ਤੇ ਕੀਰਤਪੁਰ ਸਾਹਿਬ 7ਵੇਂ ਪਾਤਸ਼ਾਹ ਕੋਲ ਪਹੁੰਚਿਆ ਹੈ। ਦੇਖਤ ਸ਼੍ਰੀ ਹਰਿ ਰਾਏ ਸੋ ਜਾਨਾ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਚਿੱਠੀ ਸੁਣੀ ਪੜ੍ਹੀ ਹੈ, ਸਤ ਕੋ ਸਰਬ ਬ੍ਰਿਤਾਂਤ ਪਛਾਨਾ। ਆਪਣੇ ਪੁੱਤਰ ਦੀ ਸਾਰੀ ਗੱਲ ਪਛਾਣੀ ਹੈ, ਸਾਰੀ ਦਸ਼ਾ ਵੇਖੀ ਹੈ, ਆਉਣ ਵਾਲੇ ਸਮੇਂ ਦੀ ਵੀ ਸਾਰੀ ਖੇਡ ਨੂੰ ਮਹਾਰਾਜ ਨੇ ਜਾਣਿਆ ਹੈ। ਕਹਿਓ ਤਾਹਿ ਜੋ ਪਤਰੀ ਲਿਆਇਓ। ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਸੱਚੇ ਪਾਤਸ਼ਾਹ ਨੇ ਜ਼ੁਬਾਨੀ ਹੁਕਮ ਸੁਣਾ ਦਿੱਤਾ। ਹਮ ਮਿਲ ਬੇਕਿਮ ਚਿਤ ਲਲਚਾਇਓ। ਮਹਾਰਾਜ ਕਹਿੰਦੇ ਉਹਨੂੰ ਰਾਮ ਰਾਏ ਨੂੰ ਆਖੀ ਵੀ ਸਾਨੂੰ ਮਿਲਣ ਨੂੰ ਤੇਰਾ ਹੁਣ ਚਿੱਤ ਕਿਵੇਂ ਚਾਹੁੰਦਾ, ਕਿਹੜੇ ਮੂੰਹ ਨਾਲ ਤੂੰ ਸਾਨੂੰ ਮਿਲਣਾ ਚਾਹੁੰਦਾ ਹੈ। ਹੁਕਮ ਅਦੁਲੀ ਕਰ ਅਪਰਾਧੂ। ਤੂੰ ਬੜੀ ਵੱਡੀ ਹੁਕਮ ਅਦੁਲੀ ਕੀਤੀ ਹੈ, ਤੂੰ ਅਪਰਾਧ ਬੜਾ ਵੱਡਾ ਕੀਤਾ ਹੈ। ਕੈਸੇ ਬਨਿਓ ਚਾਹੈ ਅਬ ਸਾਧੂ। ਤੂੰ ਕਿਹੋ ਜਿਹਾ ਸਾਧੂ ਬਣਨਾ ਚਾਹੁੰਦਾ ਹੁਣ, ਤੂੰ ਹੁਣ ਸਾਧੂ ਬਣਨਾ ਚਾਹੁੰਦਾ। ਪਹਿਲਾਂ ਤੇ ਤੂੰ ਬਾਦਸ਼ਾਹ ਦੀ ਖੁਸ਼ਾਮਦ ਕਰਨ ਲੱਗਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲ ਦਿੱਤੀ ਹੈ। ਗਮਨ ਸਮੇਂ ਹਮ ਬਹੁ ਸਮਝਾਇਓ। ਹਾਂ, ਅਸੀਂ ਤੈਨੂੰ ਜਾਣ ਲੱਗਿਆ ਬੜਾ ਸਮਝਾਇਆ ਸੀ, ਬੜਾ ਸਮਝਾਇਆ ਸੀ। ਸਿੱਖਿਆ ਨਹੀਂ ਨੈਕ ਮਨ ਲਿਆਇਓ। ਪਰ ਤੂੰ ਸਾਡੀ ਸਿੱਖਿਆ ਰੱਤੀ ਜਿੰਨੀ ਵੀ ਆਪਣੇ ਮਨ ਵਿੱਚ ਨਹੀਂ ਵਸਾਈ, ਸਾਡੇ ਹੁਕਮ ਦੀ ਪਰਵਾਹ ਨਹੀਂ ਕੀਤੀ ਤੂੰ। ਇੱਕ ਤਾਂ ਬਾਰ-ਬਾਰ ਕਰ ਅਜ਼ਮਤ। ਇੱਕ ਤੇ ਤੂੰ ਬਾਰ-ਬਾਰ ਕਰਾਮਾਤਾਂ ਦੀ ਮੰਡੀ ਲਾਤੀ ਦਿੱਲੀ ਜਾ ਕੇ, ਰੋਜ਼ ਹੀ ਕਰਾਮਾਤਾਂ ਦਿਖਾਈ ਜਾਂਦਾ ਸੀ। ਬਿਨਾ ਪ੍ਰਯੋਜਨ ਠਾਨੀ ਜਿਤ ਕਿਤ। ਤੈਨੂੰ ਕਿਹਾ ਸੀ ਜਦੋਂ ਲੋੜ ਪਵੇ ਉਦੋਂ ਦਿਖਾਣੀ ਹੈ, ਤੂੰ ਬਿਨਾ ਪ੍ਰਯੋਜਨ ਦੇ ਹੀ ਬਾਦਸ਼ਾਹ ਨੂੰ ਖੁਸ਼ ਕਰਨ ਲਈ ਜਾਦੂਗਰਾਂ ਦੀ ਤਰ੍ਹਾਂ ਲੱਗ ਪਿਆ ਕਰਨ, ਜਿਵੇਂ ਜਾਦੂਗਰ ਕਰਦੇ ਨੇ। ਇੱਦਾਂ ਮਹਾਂਪੁਰਸ਼ ਥੋੜ੍ਹਾ ਕਰਦੇ ਨੇ। ਮਹਾਂਪੁਰਸ਼ ਤਾਂ ਕੋਈ ਬਹੁਤ ਹੀ ਵੱਡੀ ਗੱਲ ਹੋਵੇ ਤਾਂ ਕੋਈ ਕੌਤਕ ਦਿਖਾ ਦਿੰਦੇ ਨੇ, ਉਹ ਵੀ ਲੋਕਾਂ ਦਾ ਨਿਸ਼ਚਾ ਪੱਕਾ ਕਰਨ ਲਈ, ਪਰ ਕਿਸੇ ਦੀ ਖੁਸ਼ਾਮਦ ਕਰਨ ਲਈ ਨਹੀਂ। ਇਹ ਤੂੰ ਕੰਮ ਜਿਹੜਾ ਕੀਤਾ ਹੈ ਪੁੱਤਰ ਰਾਮ ਰਾਏ, ਇਹ ਸਾਡੇ ਹੁਕਮ ਦੇ ਉਲਟ ਹੈ। ਤੁਰ ਕੇਸ਼ਰ ਸੋ ਸੂਤ ਰਖਾਵੇ। ਇੱਕ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ, ਉਹਦੇ ਨਾਲ ਬਣਾ ਕੇ ਰੱਖਣ ਵਾਸਤੇ ਕਰਮ ਲਾਹਜ਼ਾ ਕੀਨ ਫਰੇਬੇ। ਤੂੰ ਉਹਦਾ ਮੂੰਹ ਮੁਲਾਜਾ ਰੱਖਿਆ, ਬੜਾ ਵੱਡਾ ਫਰੇਬ ਕੀਤਾ ਹੈ। ਸ਼੍ਰੀ ਨਾਨਕ ਪਤ 14 ਲੋਕ। ਜਿਹੜੇ ਗੁਰੂ ਨਾਨਕ ਦੇਵ ਜੀ 14 ਲੋਕਾਂ ਦੇ ਮਾਲਕ ਹਨ, ਤਿਨ ਕੋ ਆਸ਼ਾ ਬੀਚ ਸ਼ਲੋਕ। ਉਹਨਾਂ ਦੀ ਬਾਣੀ ਜਿਹੜੀ ਉਹਨਾਂ ਦੇ ਸ਼ਲੋਕ ਆਸਾ ਦੀ ਵਾਰ ਵਿੱਚ ਲਿਖੇ ਹਨ, ਸੋ ਛਪਾਏ ਕੈ ਅਨੰਤ ਸੁਨਾਇਓ। ਉਹ ਗੁਰੂ ਨਾਨਕ ਦਾ ਆਸ਼ਾ ਜਿਹੜਾ ਸੀ ਉਹ ਤੇ ਛੁਪਾ ਲਿਆ, ਉਹਦਾ ਗੱਲ ਹੀ ਨਹੀਂ ਦੱਸੀ, ਤੇ ਉੱਥੇ ਹੋਰ ਹੀ ਗੱਲਾਂ ਤੂੰ ਕਰਨ ਲੱਗ ਪਿਆ ਵੀ ਮਿੱਟੀ ਬੇਈਮਾਨ ਕੀ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿਣੀ ਚਾਹੁੰਦੇ ਆ ਵੀ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਉਹ ਗੱਲ ਸਾਫ਼ ਕਿਉਂ ਨਹੀਂ ਦੱਸੀ ਉੱਥੇ। ਹਤੋ ਅਪਰਤਿਸ ਅਪਰ ਬੁਝਾਇਓ। ਗੱਲ ਹੋਰ ਸੀ ਤੇ ਗੱਲ ਹੋਰ ਬਣਾ ਕੇ ਦੱਸਦੀ। ਜਿਵੇਂ ਸਾਧ ਸੰਗਤ ਜੀ ਅੱਜ ਵੀ ਸਾਡੇ ਵਿੱਚ ਕਈ ਕਥਾਵਾਚਕ ਰਾਗੀਆਂ ਨੇ, ਪ੍ਰਚਾਰਕਾਂ ਨੇ ਗੁਰਬਾਣੀ ਦੇ ਅਰਥ ਆਪਣੇ ਮਨ ਘੜੰਤ ਕੀਤੇ ਲੋਕਾਂ ਨੂੰ ਖੁਸ਼ ਕਰਨ ਲਈ। ਲੋਕ ਤਾਂ ਖੁਸ਼ ਹੋ ਜਾਂਦੇ, ਪਰ ਕਲਗੀਧਰ ਪਾਤਸ਼ਾਹ ਨਾਰਾਜ਼ ਹੁੰਦੇ। ਸਾਧ ਸੰਗਤ ਜੀ, ਜਿਹੜਾ ਅਰਥ ਯਥਾਰਥ ਹੈ ਉਹੀ ਦੱਸਣਾ ਚਾਹੀਦਾ ਹੈ। ਭਾਵੇਂ ਕੋਈ ਖੁਸ਼ ਹੋਵੇ ਭਾਵੇਂ ਨਾਰਾਜ਼ ਹੋਵੇ, ਆਪਾਂ ਕੀ ਲੈਣਾ। ਆਪਾਂ ਗੁਰੂ ਨੂੰ ਖੁਸ਼ ਕਰਨਾ ਕਿ ਆਪਾਂ ਲੋਕਾਂ ਨੂੰ ਖੁਸ਼ ਕਰਨਾ। ਅੱਜ ਲੋਕਾਂ ਨੂੰ ਖੁਸ਼ ਕਰਨ ਵਾਲਿਆਂ ਨੇ ਬਾਣੀ ਦੇ ਬੜੇ ਅਨਰਥ ਕੀਤੇ ਹੋਏ ਹੈ। ਸੋ ਰਹੋ ਵਿਚਾਰ, ਸਮਾਂ ਆਵੇਗਾ ਸਾਰਿਆਂ ਦੇ ਭਾਜ ਉਗੜ ਜਾਣਗੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਬਾਬੇ ਰਾਮ ਰਾਏ ਨੂੰ ਮਹਾਰਾਜ 7ਵੇਂ ਪਾਤਸ਼ਾਹ ਕਹਿੰਦੇ ਉਹਨੂੰ ਜਾ ਕੇ ਕਹਿ ਦਿਓ ਵੀ ਤੂੰ ਔਰੰਗੇ ਨੂੰ ਖੁਸ਼ ਕੀਤਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਰਥ ਬਦਲੇ ਹਨ। ਕਹਾਂ ਤਰਾਸ ਤੁਰ ਕੇਸ਼ਰ ਕੇਰਾ। ਉਹ ਕੀ ਔਰੰਗਜ਼ੇਬ ਦਾ ਡਰ ਹੈ ਸਾਨੂੰ, ਕੀ ਚੀਜ਼ ਹੈ ਔਰੰਗਜ਼ੇਬ, ਜੇ ਤੂੰ ਡਰ ਕੇ ਤੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲੀ ਹੈ। ਜਿਸ ਕੋ ਮਾਨਿਓ ਜਾਨ ਬਡੇਰਾ। ਜਿਸ ਨੂੰ ਤੂੰ ਵੱਡਾ ਮੰਨ ਲਿਆ ਤੇ ਗੁਰੂ ਨਾਨਕ ਸਾਹਿਬ ਨੂੰ ਛੋਟਾ ਮੰਨ ਲਿਆ। ਪਰਮੇਸ਼ਰ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਬਾਣੀ ਨੂੰ ਕਿਉਂ ਪਲਟਾਇਆ ਤੂੰ। ਸਦਾ ਸਹਾਇਕ ਹਮ ਤਿਸ ਕੇਰੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਹ ਬਦਲ ਦਿੱਤੀ। ਅਸੀਂ ਤੇ ਕਹਿ ਕੇ ਭੇਜਿਆ ਸੀ ਵੀ ਅਸੀਂ ਤੇਰੇ ਨਾਲ ਅੰਗ ਸੰਗ ਰਵਾਂਗੇ, ਤੱਤੀ ਬਾਹ ਨਹੀਂ ਤੈਨੂੰ ਲੱਗਣ ਦਿਆਂਗੇ, ਤੇਰੀ ਰਸਨਾ ਤੇ ਬੋਲਾਂਗੇ। ਇੰਨੀ ਪਾਵਰ ਦੇ ਕੇ ਭੇਜਿਆ, ਤੇ ਉਹ ਪਾਵਰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸਿੱਧ ਕਰਨ ਲਈ ਵਰਤਣੀ ਚਾਹੀਦੀ ਸੀ, ਉੱਥੇ ਵਰਤੀ ਨਹੀਂ।
ਉਦਾਂ ਕਰਾਮਾਤਾਂ ਦਿਖਾਉਂਦਾ ਫਿਰਿਆ ਹੈ। ਚਾਹ ਸੋ ਕਰਤ ਨਾ ਲਾਗਤ ਦੇਰੇ। ਜੋ ਚਾਹੁੰਦਾ ਤੂੰ ਕਰ ਸਕਦਾ ਸੀ, ਦਿਖਾ ਵੀ ਸਕਦਾ ਸੀ। ਮੁਸਲਮਾਨ ਦੀ ਮਿੱਟੀ ਸੜਦੀ ਹੋਈ ਕਰਾਮਾਤ ਨਾਲ ਤੂੰ ਦਿਖਾ ਸਕਦਾ ਸੀ। ਮਾਟੀ ਤੁਰਕਨ ਕੀ ਜਿਮ ਜਲਾ। ਜਿਵੇਂ ਤੁਰਕਾਂ ਦੀ ਮਿੱਟੀ ਸੜਦੀ ਹੈ ਘੁਮਿਆਰ ਦੇ ਆਵੇ ਵਿੱਚ, ਇਹ ਤਾਂ ਸਾਰਿਆਂ ਨੂੰ ਪਤਾ ਹੈ, ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗ ਸਕਦੀ ਹੈ ਗੱਲ ਇਹ। ਬੀਚ ਪਜਾਵੇ ਆਵੈ ਬਲਾ। ਜਦੋਂ ਘੁਮਿਆਰ ਚੀਕਣੀ ਮਿੱਟੀ ਕਬਰਾਂ ਦੀ ਪੁੱਟ ਕੇ ਲਿਆਉਂਦੇ ਨੇ, ਭਾਂਡੇ ਬਣਾਉਂਦੇ ਨੇ, ਉਹ ਮਿੱਟਾਂ ਬਣਾਉਂਦੇ ਨੇ ਤੇ ਉਹ ਆਵੇ 'ਚ ਪਕਾਉਂਦੇ ਨੇ ਤੇ ਉੱਥੇ ਅੱਗ ਬਲਦੀ ਹੈ, ਉਹ ਸੜਦੀ ਹੈ ਮਿੱਟੀ। ਇਹ ਤੇ ਗੱਲ ਸਾਰਿਆਂ ਨੂੰ ਪਤਾ ਹੈ। ਅਜ਼ਮਤ ਬਲ ਤੇ ਤਿਸ ਅਗਵਾਈ। ਆਪਣੀ ਕਰਾਮਾਤ ਦੇ ਬਲ ਦੇ ਨਾਲ ਇਹ ਦਿਖਾਣੀ ਸੀ ਚੀਜ਼ ਉੱਥੇ। ਵੈਸੇ ਤਾਂ ਇਹਨੂੰ ਕਰਾਮਾਤ ਦੀ ਵੀ ਲੋੜ ਕੋਈ ਨਹੀਂ, ਇਹ ਤਾਂ ਸਾਹਮਣੇ ਹੀ ਹੈ ਗੱਲ। ਪਰ ਜੇ ਔਰੰਗਜ਼ੇਬ ਨੂੰ ਦਿਖਾਣੀ ਸੀ ਕੋਈ ਕਰਾਮਾਤ ਦੇ ਨਾਲ ਤਾਂ ਦਿਖਾ ਸਕਦਾ ਸੀ। ਮਾਟੀ ਜਲਤੀ ਕਿਉਂ ਨਾ ਦਿਖਾਈ। ਕਿਉਂ ਨਹੀਂ ਵਿਖਾਈ ਸੜਦੀ ਹੋਈ ਮਿੱਟੀ ਤੁਰਕਾਂ ਦੀ ਕਬਰਾਂ ਦੇ ਵਿੱਚੋਂ ਨਿਕਲ ਕੇ ਕਿਵੇਂ ਆਵੇ 'ਚ ਪੈਂਦੀ ਹੈ, ਕਿਵੇਂ ਉਹਨੂੰ ਘੁਮਿਆਰ ਘੜੇ ਬਣਾਉਂਦਾ ਹੈ, ਗਿੱਟਾਂ ਬਣਾਉਂਦਾ ਹੈ। ਹੋਤੀ ਵਾਸਤਵ ਦਿਖਤ ਬਿਦਤ ਹੈ। ਹਾਂ, ਇਹ ਤਾਂ ਵਾਸਤਵ ਪ੍ਰਤੱਖ ਹੀ ਦਿਸਦੀ ਹੈ, ਇਹਨੂੰ ਕੋਈ ਬਹੁਤੇ ਪ੍ਰਮਾਣ ਦੀ ਦੇਣ ਦੀ ਲੋੜ ਵੀ ਕੋਈ ਨਹੀਂ। ਤਰਾਸ ਨਾ ਤਨਕ ਜੇ ਤੁਰਕ ਜਿਦਤ ਹੈ। ਹਾਂ, ਜੇ ਤੁਰਕ ਜਿੱਦ ਵੀ ਕਰਦੇ ਵੀ ਨਹੀਂ 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 ਇਦਾਂ ਨਹੀਂ ਹੁੰਦਾ ਤੇ ਤੁਸੀਂ ਕਰਾਮਾਤ ਨਾਲ ਦਿਖਾ ਦੇਣੀ ਸੀ। ਹਾਂਜੀ, ਜਾਂ ਤੇ ਹਮੈ ਨਾ ਦਰਸ ਦਿਖਾਵਾ। ਇਸ ਕਰਕੇ ਰਾਮ ਰਾਏ ਅਸੀਂ ਤੇਰੇ ਹੁਣ ਦਰਸ਼ਨ ਨਹੀਂ ਕਰਨੇ, ਸਾਨੂੰ ਆਪਣਾ ਮੂੰਹ ਨਾ ਵਿਖਾਵੀਂ। ਜਿਤ ਦਿਸ਼ ਮੁਖ ਤੇ ਤਹੀ ਚੱਲ ਜਾਵਾ। ਜਿੱਧਰ ਤੇਰਾ ਮੂੰਹ ਉਧਰ ਚਲਾ ਜਾ ਰਾਮ ਰਾਏ, ਸਾਡੇ ਦਰਬਾਰ 'ਚ ਨਹੀਂ ਆਉਣਾ ਤੂੰ। ਸਤਿਗੁਰ ਕੀਰਸ ਜੁਤ ਸੁਨ ਬਾਣੀ। ਇਹ ਮਹਾਰਾਜ ਨੇ ਗੁੱਸੇ ਦੇ ਨਾਲ ਗੁਰੂ ਹਰਿਰਾਏ ਸਾਹਿਬ ਜੀ ਨੇ ਸੇਵਾਦਾਰ ਨੂੰ ਕਹਿਤਾ ਵੀ ਉਹਨੂੰ ਕਹੋ ਜਿੱਧਰ ਉਹਦਾ ਮੂੰਹ ਹੈ ਨਾ ਉਧਰ ਖੜਾ, ਉਧਰ ਚਲਾ ਜਾਵੇ। ਹਠਿਓ ਸੋ ਸਿੱਖ ਜਿਸ ਪਤਰੀ ਆਨੀ। ਉਹ ਜਿਹੜਾ ਚਿੱਠੀ ਲੈ ਕੇ ਆਇਆ ਸੀ ਸਿੱਖ, ਕੀਰਤਪੁਰ ਸਾਹਿਬ ਤੋਂ ਵਾਪਸ ਪਰਤ ਪਿਆ। ਤੁਰਤ ਗਮਨ ਕਰ ਤਹ ਤੇ ਆਇਓ। ਔਰ ਤੁਰਤ ਸਾਧ ਸੰਗਤ ਜੀ ਉੱਥੇ ਆ ਗਿਆ। ਯਹ ਸ਼੍ਰੀ ਰਾਮ ਰਾਏ ਉਤਾਰਿਓ। ਜਿੱਥੇ ਬਾਬਾ ਰਾਮ ਰਾਏ ਨੇ ਛਾਉਣੀ ਪਾਈ ਹੋਈ ਸੀ ਭੱਠਾ ਸਾਹਿਬ ਦੇ ਲਾਗੇ, ਰੋਪੜ ਦੇ ਲਾਗੇ। ਖਰੇ ਹੋਤੇ ਤਬ ਸਹਿਜ ਸੁਭਾਏ। ਉੱਥੇ ਬਾਬਾ ਰਾਮ ਰਾਏ ਖੜੇ ਸਨ ਜਦੋਂ ਚਿੱਠੀ ਆਈ ਨਾ ਸਿੱਖ ਲੈ ਕੇ। ਬਾਬੇ ਰਾਮ ਰਾਏ ਨੂੰ ਤਾਂ ਸਾਧ ਸੰਗਤ ਜੀ ਉਸ ਵੇਲੇ ਬੜੀ ਲੱਗੀ ਹੋਈ ਸੀ ਵੀ ਕੀ ਹੁਕਮ ਆਉਣ ਵਾਲਾ, ਪਤਾ ਨਹੀਂ ਹੁਣ ਕੀ ਆਉਂਦਾ। ਉਹਨੂੰ ਚੈਨ ਨਹੀਂ ਸੀ ਆਉਂਦਾ, ਬੇਚੈਨੀ ਸੀਗੀ ਤੇ ਖੜਾ ਹੋਇਆ ਨਾ ਇਦਾਂ ਦੇਖੀ ਜਾ ਰਿਹਾ ਸੀ। ਚਿਤ ਮਹਿ ਚਿੰਤਾ ਬਹੁ ਉਪਜਾਏ। ਬੜੀ ਚਿੰਤਾ ਸੀ ਬਾਬੇ ਰਾਮ ਰਾਜ ਦੇ ਮਨ ਵਿੱਚ। ਸ਼੍ਰੀ ਸਤਿਗੁਰ ਸਰਬਗ ਗੁਣ ਖਾਨੀ। ਵੀ ਸਤਿਗੁਰੂ ਅੰਤਰਜਾਮੀ ਸਰਬਗ ਗੁਣਾਂ ਦੀ ਖਾਨ ਸਤਵੇਂ ਪਾਤਸ਼ਾਹ ਜੀ ਮਹਾਰਾਜ। ਪਿਤਾ ਧੀਰ ਕਿਆ ਕਰਹਿ ਬਖਾਨੀ। ਧੀਰ ਜਵਾਨ ਪਿਤਾ ਜੀ ਪਤਾ ਨਹੀਂ ਕੀ ਹੁਕਮ ਦਿੰਦੇ ਹਨ, ਕੀ ਕਹਿੰਦੇ ਹਨ, ਇਹੀ ਸੋਚੀ ਜਾਂਦਾ ਸੀ। ਬਖਸ਼ਹਿ ਮੋਹ ਕਿ ਨਹਿ ਅਪਰਾਧੂ। ਮੇਰੀ ਭੁੱਲ ਬਖਸ਼ਣਗੇ ਕਿ ਨਹੀਂ ਬਖਸ਼ਣਗੇ। ਲਖ ਨ ਸਕਿਓ ਮੈਂ ਹਿਰਦਾ ਅਗਾਧੂ। ਮੈਂ ਉਹਨਾਂ ਦੇ ਅਗਾਧ ਬੋਧ ਹਿਰਦੇ ਦੀ ਗਤ ਨਹੀਂ ਜਾਣ ਸਕਦਾ। ਇਤਨੇ ਮਹਿ ਸਿੱਖ ਸੋ ਚੱਲ ਆਇਓ। ਜਦੋਂ ਬਾਬਾ ਰਾਮ ਰਾਏ ਏਦਾਂ ਸੋਚੀ ਜਾਂਦਾ ਸੀ, ਕਦੀ ਆਪਣੇ ਹੱਥ ਘੁੱਟਦਾ ਸੀ, ਕਦੀ ਜ਼ਮੀਨ ਵੱਲ ਵੇਖਦਾ ਸੀ ਤੇ ਕਦੀ ਏਦਾਂ ਤੁਰਨ ਲੱਗ ਜਾਂਦਾ ਸੀ। ਉਸ ਵੇਲੇ ਖੜਾ ਏਦਾਂ ਦੇਖੀ ਜਾਂਦਾ ਸੀ ਤੇ ਸੇਵਾਦਾਰ ਆ ਗਿਆ। ਗੁਰ ਕੋ ਕਹਿਬੋ ਸਕਲ ਸੁਨਾਇਓ। ਉਹਨੇ ਆ ਕੇ ਮਹਾਰਾਜ ਸਤਵੇਂ ਪਾਤਸ਼ਾਹ ਦਾ ਹੁਕਮ ਸੁਣਾ ਦਿੱਤਾ। ਜਿਤ ਦਿਸ਼ ਮੁਖ ਤੇ ਤਹੀ ਚੱਲ ਜਾਵੋ। ਹੁਕਮ ਕੀ ਸੀ ਵੀ ਜਿੱਧਰ ਤੇਰਾ ਮੂੰਹ ਹੈ ਉਧਰ ਚਲਾ ਜਾ। ਹਮ ਟਿਗ ਆਏ ਨਾ ਦਰਸ ਦਿਖਾਵੋ। ਸਾਡੇ ਕੋਲ ਆਉਣ ਦੀ ਕੋਈ ਲੋੜ ਨਹੀਂ, ਅਸੀਂ ਤੇਰਾ ਮੂੰਹ ਨਹੀਂ ਵੇਖਣਾ। ਸੁਨਿਓ ਪਿਤਾ ਕੋ ਅਸ ਜਬ ਮਤੋ। ਜਦੋਂ ਪਿਤਾ ਗੁਰੂ ਹਰਿਰਾਏ ਸਾਹਿਬ ਦਾ ਇਹ ਫੈਸਲਾ ਸੁਣਿਆ। ਲਵਪੁਰ ਦਿਸ਼ ਤਬ ਤਿਸ ਮੁਖ ਹੋਤੋ। ਉਸ ਵੇਲੇ ਬਾਬਾ ਰਾਮ ਰਾਏ ਜੀ ਹੋਰਾਂ ਦਾ ਮੁਖੜਾ ਲਾਹੌਰ ਵੱਲ ਸੀਗਾ। ਉਹ ਲਾਹੌਰ ਵਾਲੇ ਪਾਸੇ ਨੂੰ, ਲਹਿੰਦੇ ਵਾਲੇ ਪਾਸੇ ਨੂੰ, ਰੋਪੜ ਤੋਂ ਨਾ ਉਧਰ ਨੂੰ ਦੇਖ ਰਹੇ ਸਨ। ਉਧਰ ਮੂੰਹ ਸੀ ਪੱਛਮ ਵਾਲੇ ਪਾਸੇ। ਹੱਥ ਜੋਰ ਧਰ ਪਰ ਧਰ ਮਾਥਾ। ਉੱਥੇ ਖੜਿਆ ਨਹੀਂ ਨਾ, ਕੀਰਤਪੁਰ ਸਾਹਿਬ ਵਾਲੇ ਪਾਸੇ ਮੂੰਹ ਕਰ ਲਿਆ ਤੇ ਧਰਤੀ ਦੇ ਉੱਤੇ ਲੰਮੇ ਪੈ ਕੇ ਮੱਥਾ ਟੇਕਿਆ। ਮਾਨਿਓ ਹੁਕਮ ਪ੍ਰੇਮ ਕੇ ਸਾਥਾ। ਆਪਣੇ ਗੁਰਦੇਵ ਦੀ ਨਗਰੀ ਕੀਰਤਪੁਰ ਸਾਹਿਬ ਨੂੰ, ਆਪਣੇ ਪਿਤਾ ਨੂੰ ਇੱਥੋਂ ਹੀ ਕੀਰਤਪੁਰ ਸਾਹਿਬ ਰੋਪੜ ਤੋਂ ਹੀ 12 ਕੋ ਉਰੇ ਤੋਂ ਹੀ ਮੱਥਾ ਟੇਕ ਕੇ ਹੁਕਮ ਸਿਰ ਮੱਥੇ ਤੇ ਮੰਨ ਲਿਆ। ਪਇਓ ਅਰੂੜ ਠਾਨ ਕਰ ਤਿਆਰੀ। ਤੇ ਉਸੇ ਵੇਲੇ ਆਪਣੇ ਬੰਦਿਆਂ ਨੂੰ ਕਿਹਾ ਤਿਆਰੀ ਕਰੋ, ਆਪਾਂ ਲਾਹੌਰ ਜਾਣਾ, ਕਿਉਂਕਿ ਇਸ ਵੇਲੇ ਮੂੰਹ ਲਾਹੌਰ ਵੱਲ ਹੈ ਤੇ ਪਿਤਾ ਜੀ ਦਾ ਹੁਕਮ ਹੈ ਵੀ ਜਿੱਧਰ ਮੂੰਹ ਹੈ ਉਧਰ ਜਾਣਾ। ਤੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਹੁਕਮ ਮੰਨ ਕੇ ਲਾਹੌਰ ਨੂੰ ਰਵਾਨਾ ਹੋ ਗਏ। ਗਮਨਿਓ ਲਵਪੁਰ ਪੰਥ ਮਝਾਰੀ। ਤੇ ਲਾਹੌਰ ਦੇ ਰਸਤੇ ਪੈ ਗਏ ਹਨ। ਸਨਾ ਸਨਾ ਡੇਰਾ ਕਰ ਜਾਤ। ਰਸਤੇ 'ਚ ਡੇਰੇ ਕਰਦੇ ਹੋਏ, ਪਿੰਡਾਂ ਸ਼ਹਿਰਾਂ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ, ਆਪਣੋ ਖੋਟ ਕੋ ਲੱਖ ਪਛਤਾਤ। ਆਪਣੀ ਗਲਤੀ ਦੇ ਪਛਤਾਵਾ ਕਰਦੇ ਹੋਏ। ਸੁਨੀ ਸਰਬਸੁਧ ਸ਼੍ਰੀ ਹਰਿ ਰਾਏ। ਜਦੋਂ ਇਹ ਖਬਰ ਸਾਰੇ ਪਾਸੇ ਫੈਲ ਚੁੱਕੀ ਸੀ ਵੀ ਗੁਰੂ ਹਰਿਰਾਏ ਸਾਹਿਬ ਨੇ ਆਪਣਾ ਪੁੱਤਰ ਛੇਕ ਦਿੱਤਾ ਹੈ।
ਹੈ। ਹੁਕਮ ਮਾਨ ਲਵ ਪੁਰ ਕੋ ਜਾਏ। ਤੇ ਹੁਣ ਇਹ ਵੀ ਪਤਾ ਲੱਗਾ ਵੀ ਗੁਰੂ ਦਾ ਹੁਕਮ ਮੰਨ ਕੇ ਬੱਚਾ ਜਾ ਰਿਹਾ ਹੈ ਲਾਹੌਰ ਸ਼ਹਿਰ ਨੂੰ। ਲਿਖਿਓ ਹੁਕਮਨਾਮਾ ਤਿਸ ਕਾਲ। ਸਾਧ ਸੰਗਤ ਜੀ, ਇੱਧਰ ਗੁਰੂ ਸਾਹਿਬ ਨੇ ਹੁਕਮਨਾਮਾ ਲਿਖ ਦਿੱਤਾ ਸਿੱਖ ਸੰਗਤ ਤਹ ਰਹਿ ਵਿਸਾਲ। ਕਿ ਲਾਹੌਰ 'ਚ ਬੜੀਆਂ ਸੰਗਤਾਂ ਰਹਿੰਦੀਆਂ ਹਨ। ਤਿਨ ਪਰ ਹੁਕਮ ਸੋ ਅਸ ਫਰਮਾਇਬ। ਗੁਰੂ ਸਾਹਿਬ ਦਾ ਲਾਹੌਰ ਦੀ ਸੰਗਤ ਨੂੰ ਇਹ ਹੁਕਮ ਆਇਆ ਹੈ, ਸਿੱਖ ਹਮਾਰੋ ਜੌਨ ਕਹਾਇਬ। ਜਿਹੜਾ ਸਾਡਾ ਸਿੱਖ ਕਹਾਉਂਦਾ ਹੈ ਕੋਈ, ਪੈਸਾ ਕੌਡੀ ਅੰਸ ਜੋ ਗੁਰ ਕੀ। ਗੁਰੂ ਘਰ ਦੀ ਜਿਹੜੀ ਕੌਡੀ ਦਮੜੀ ਮਾਇਆ ਪੈਸਾ ਟਕਾ ਹੈ, ਅਰ ਪਹਿ ਗਨ ਸ਼ਰਦਾ ਧਰ ਉਰ ਕੀ। ਜਿਹੜੇ ਗੁਰੂ ਘਰ ਵਾਸਤੇ ਕੌਡੀ ਦਮੜੀ ਪੈਸਾ ਢੇਲਾ ਕੋਈ ਦਿੰਦਾ ਹੈ ਸਿੱਖ, ਪੁਰ ਮਹਿ ਰਾਮ ਰਾਏ ਜਬ ਆਇਬ। ਜਦੋਂ ਰਾਮ ਰਾਏ ਲਾਹੌਰ ਸ਼ਹਿਰ ਆਵੇਗਾ, ਨਹੀਂ ਕਾਰ ਕੋ ਇਸ ਅਰ ਪਾਵੈ ਹੈ। ਗੁਰੂ ਘਰ ਦੀ ਕੌਡੀ ਦਮੜੀ ਇਹਨੂੰ ਕੋਈ ਨਹੀਂ ਦੇਣੀ। ਕਾਸਦ ਲੈ ਗੁਰ ਕੋ ਜਬ ਗਇਓ। ਗੁਰੂ ਸਾਹਿਬ ਦਾ ਹੁਕਮਨਾਮਾ ਪਹਿਲਾਂ ਹੀ ਲਾਹੌਰ ਪਹੁੰਚ ਗਿਆ ਰਾਮ ਰਾਏ ਦੇ ਪਹੁੰਚਣ ਤੋਂ। ਸੁਣ ਕਰ ਸਭਨ ਅਚੰਭਾ ਭਇਓ। ਲਾਹੌਰ ਦੇ ਸਿੱਖਾਂ ਵਾਸਤੇ ਬੜੀ ਵੱਡੀ ਅਚੰਭੇ ਵਾਲੀ ਗੱਲ ਬਣ ਗਈ, ਅਸਮੰਜਸ ਹੋ ਗਈ। ਇੱਕ ਪਾਸੇ ਗੁਰੂ ਦਾ ਪੁੱਤਰ, ਇੱਕ ਪਾਸੇ ਗੁਰੂ ਦਾ ਹੁਕਮ ਹੈ, ਹੁਣ ਕੀ ਕਰੀਏ? ਗੁਰ ਚਰਿਤ੍ਰ ਕਛ ਲਖਿਓ ਨਾ ਜਾਈ। ਕਹਿੰਦੇ ਗੁਰੂ ਦੇ ਕੌਤਕਾਂ ਦਾ ਕੋਈ ਭੇਦ ਨਹੀਂ ਪਾ ਸਕਦਾ। ਪਿਆਰੇ ਸੁਤ ਕੀ ਪੂਜ ਹਟਾਈ। ਆਪਣੇ ਪਿਆਰੇ ਪੁੱਤਰ ਦੀ ਪੂਜਾ ਕਰਨੀ ਹਟਾ ਦਿੱਤੀ ਗੁਰੂ ਨੇ। ਲਾਇਕ ਕੇ ਅਜ਼ਮਤ ਮਹਿ ਭਾਰੇ। ਜਿਹੜਾ ਕਰਾਮਾਤਾਂ 'ਚ ਪੂਰਾ ਸੀ, ਹੋਤ ਤਥਾ ਮੁਖ ਜਥਾ ਉਚਾਰੈ। ਜੋ ਕਹਿੰਦਾ ਸੀ ਹੋ ਜਾਂਦਾ ਸੀ। ਸਤਿਗੁਰ ਅੰਸ ਅਹੈ ਅਵਤਾਰਾ। ਆ ਗੁਰੂ ਦੀ ਅੰਸ਼ ਸੀ, ਗੁਰੂ ਦਾ ਪੁੱਤਰ ਸੀ, ਗੁਰੂ ਮਹਾਰਾਜ ਗੁਰੂ ਨਾਨਕ ਸਤਿਗੁਰੂ ਰਾਮਦਾਸ ਦਾ ਖੂਨ ਸੀ। ਪਰ ਅੱਜ ਦੇਖੋ ਗੁਰੂ ਸਾਹਿਬ ਨੇ ਸਖਤ ਹੁਕਮ ਦਿੱਤਾ ਵੀ ਇਹਨੂੰ ਕੌਡੀ ਦਮੜੀ ਪੈਸਾ ਢੇਲਾ ਕੋਈ ਨਹੀਂ ਦੇਣਾ। ਸਿੱਖ ਸੰਗਤ ਇਮ ਭਏ ਹਜ਼ਾਰਾ। ਹਜ਼ਾਰਾਂ ਲਾਹੌਰ ਦੇ ਸਿੱਖ ਇਕੱਠੇ ਹੋਏ, ਜੇ ਹਮ ਦਰਸ ਕਰਨ ਨਹਿ ਜਾਵੈ। ਸੋਚਦੇ ਨੇ ਵੀ ਬਾਬਾ ਰਾਮ ਰਾਏ ਜੀ ਆ ਰਹੇ ਨੇ, ਜਿਨ੍ਹਾਂ ਨੇ ਦਿੱਲੀ 'ਚ ਡੰਕਾ ਵਜਾਇਆ, ਗੁਰੂ ਦੇ ਪੁੱਤਰ ਨੇ, ਉਹ ਲਾਹੌਰ ਸ਼ਹਿਰ ਆ ਰਹੇ ਨੇ। ਜੇ ਅਸੀਂ ਨਾ ਜਾ ਕੇ ਦਰਸ਼ਨ ਕੀਤੇ, ਕਰੇ ਕੋਪ ਕੋ ਮਾਰ ਮਿਟਾਵੈ। ਉਹ ਕੋਈ ਸਰਾਪ ਨਾ ਦੇ ਦੇਣ ਗੁੱਸੇ 'ਚ, ਕਿਉਂਕਿ ਉਹਨਾਂ ਕੋਲ ਪਾਵਰ ਬੜੀ ਹੈ। ਕੋਈ ਇਹੋ ਜਿਹਾ ਸਰਾਪ ਦੇ ਦੇਣ, ਲਾਹੌਰ ਸ਼ਹਿਰ ਨੂੰ ਗਰਕ ਕਰਕੇ ਰੱਖ ਦੇਣ। ਛੂਛੇ ਮਿਲੈ ਜਾਏ ਕਰ ਕੈਸੇ। ਤੇ ਜੇ ਅਸੀਂ ਜਾਣਾ ਤੇ ਕੋਈ ਭੇਟਾ ਵੀ ਲੈ ਕੇ ਜਾਣੀ ਪੈਣੀ, ਖਾਲੀ ਹੱਥ ਕਿਵੇਂ ਜਾ ਕੇ ਮਿਲਾਂਗੇ? ਉਤ ਗੁਰ ਬਾਕ ਭਯੰ ਕਰ ਤੈਸੇ। ਉਧਰ ਗੁਰੂ ਸਾਹਿਬ ਦਾ ਬਚਨ ਵੀ ਬੜਾ ਕਰੜਾ ਹੈ ਵੀ ਇਹਨੂੰ ਕੋਈ ਧੇਲਾ ਮਾਇਆ ਪੈਸਾ ਨਹੀਂ ਮੱਥਾ ਟੇਕਣਾ। ਬਨੀ ਕਠਨ ਕੋ ਕਰਹਿ ਉਪਾਈ। ਕੀ ਕਰੀਏ? ਲਾਹੌਰ ਦੇ ਸਿੱਖ ਸੋਚਾਂ 'ਚ ਪੈ ਗਏ। ਮਿਲ ਸੰਗਤ ਇਕੱਠੀ ਸਮੁਦਾਈ। ਸਾਰੀ ਲਾਹੌਰ ਦੀ ਸੰਗਤ ਇਕੱਠੀ ਹੋਈ, ਗਟੀ ਗਿਨਤ ਬਹੁ ਕਰੈ ਵਿਚਾਰਨ। ਸੋਚਾਂ ਸੋਚਦੇ ਨੇ, ਵਿਚਾਰਾਂ ਕਰਦੇ ਨੇ ਕਿਮ ਦੋਇ ਦਿਸ਼ ਤੇ ਹੋਏ ਉਬਾਰਨ। ਕਿਵੇਂ ਬਚੀਏ? ਗੁਰੂ ਦੇ ਬਚਨ ਤੋਂ ਵੀ ਬਚ ਜਾਈਏ ਤੇ ਰਾਮ ਰਾਏ ਦੇ ਸਰਾਪ ਤੋਂ ਵੀ ਬਚ ਜਾਈਏ। ਕਿਤਕ ਸਮੇਂ ਮਹਿ ਇਮ ਠਹਰਾਈ। ਫਿਰ ਏਦਾਂ ਸਲਾਹ ਕੀਤੀ ਇਹਨਾਂ ਨੇ, ਉਬਰਹਿ ਦੋਹ ਦਿਸ਼ ਦੇ ਏਵ ਉਪਾਈ। ਆਪਾਂ ਏਦਾਂ ਕਰੀਏ, ਦੋਵਾਂ ਪਾਸਿਆਂ ਤੋਂ ਸੁਰਖਰੂ ਹੋ ਜਾਾਂਗੇ। ਪੈਸਾ ਕੌਡੀ ਗੁਰੂ ਉਚਾਰਾ। ਗੁਰੂ ਸਾਹਿਬ ਨੇ ਹੁਕਮਨਾਮੇ 'ਚ ਲਿਖਿਆ ਪੈਸਾ ਕੌਡੀ, ਪੈਸਾ ਕੌਡੀ ਲਿਖਿਆ। ਆਪਾਂ ਪੈਸਾ ਕੌਡੀ ਨਹੀਂ ਦਿੰਦੇ। ਨਹਿ ਕੋ ਸਿੱਖ ਦੇ ਅੰਸ ਹਮਾਰਾ। ਮਹਾਰਾਜ ਨੇ ਆਖਿਆ ਵੀ ਜਿਹੜਾ ਗੁਰੂ ਘਰ ਦਾ ਦਸਵੰਧ ਹੈ ਇਹਨੂੰ ਨਹੀਂ ਦੇਣਾ। ਕੰਚਨ ਰਜਤ ਬਚਨ ਮਹਿ ਨਾਹੀ। ਪਰ ਹੁਕਮਨਾਮੇ 'ਚ ਸੋਨੇ ਦੀਆਂ ਮੋਹਰਾਂ ਬਾਰੇ ਤਾਂ ਨਹੀਂ ਲਿਖਿਆ। ਇਹ ਆਪਾਂ ਬਾਬੇ ਰਾਮ ਰਾਏ ਨੂੰ ਮੱਥਾ ਟੇਕ ਦਿੰਦੇ ਆ। ਸੋਲੇ ਚਲਹੁ ਗੁਰੂ ਸੁਤ ਪਾਹੀ। ਸੋਨੇ ਦੀਆਂ ਮੋਹਰਾਂ ਲੈ ਕੇ ਆਪਾਂ ਬਾਬੇ ਜੀ ਨੂੰ ਨਮਸਕਾਰ ਕਰ ਦਿੰਦੇ ਆ। ਗੁਰੂ ਸਾਹਿਬ ਪੁੱਛਣਗੇ ਤੇ ਕਹਾਂਗੇ ਮਹਾਰਾਜ ਅਸੀਂ ਕੌਡੀ ਦਮੜੀ ਲਿਖਿਆ ਸੀ, ਉਹ ਨਹੀਂ ਦਿੱਤੀ। ਕੌਡੀ ਪੈਸਾ ਦੋ ਨਹੁ ਸ਼ੋਰ। ਕੌਡੀ ਪੈਸਾ ਨਹੀਂ ਕੋਈ ਚੜਾਣਾ ਤੇ ਆਪਾਂ ਸੋਨੇ ਦੀਆਂ ਮੋਹਰਾਂ ਚੜਾ ਦਈਏ। ਮੋਹਰ ਰਜਤ ਪਣ ਕਰ ਇਕ ਠੌਰ। ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਉਤਰੇ ਰਾਮ ਰਾਏ ਜਿਸ ਥਾਨ। ਜਿੱਥੇ ਬਾਬਾ ਰਾਮ ਰਾਏ ਜੀ ਲਾਹੌਰ 'ਚ ਜਾ ਕੇ ਉਤਰੇ ਸੀਗੇ, ਤਬ ਗਮਨੇ ਲੈ ਭੇਟ ਮਹਾਨ। ਸਾਰੇ ਲਾਹੌਰੀ ਸਿੱਖ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕਣ ਆ ਗਏ। ਕਰ ਕਰ ਬੰਧਨ ਨਿਜ ਕਰ ਬੰਦੇ। ਮੱਥਾ ਟੇਕ ਟੇਕ ਕੇ ਹੱਥ ਜੋੜੇ, ਲਹਿ ਦਰਸ਼ਨ ਕੋਰੇ ਦੇ ਆਨੰਦੇ। ਦਰਸ਼ਨ ਕਰਕੇ ਖੁਸ਼ ਹੋਏ। ਯਹ ਬ੍ਰਤਾਂਤ ਸਤਿਗੁਰ ਜੀ ਸੁਨਿਆ। ਇਧਰ ਗੁਰੂ ਸਾਹਿਬ ਆ ਰਾਏ ਸਾਹਿਬ ਜੀ ਨੂੰ ਪਤਾ ਲੱਗਾ ਵੀ ਲਾਹੌਰ ਦੇ ਸਿੱਖਾਂ ਨੇ ਆ ਚਲਾਕੀ ਕੀਤੀ ਹੈ। ਬਿਗਸੇ ਬਹੁਤ ਬਦਨ ਤੇ ਭਨਿਆ। ਮਹਾਰਾਜ ਬੜੇ ਹੱਸੇ, ਬੜੇ ਹੱਸ ਕੇ ਕਹਿਣ ਲੱਗੇ, ਲਵਪੁਰ ਕੀ ਸੰਗਤ ਸਮੁਦਾਈ। ਮਹਾਰਾਜ ਕਹਿੰਦੇ ਜਿਹੜੀ ਲਾਹੌਰ ਦੀ ਸੰਗਤ ਹੈ, ਮਾਨਿਓ ਬਾਕ ਨ ਕੀਨ ਖਟਾਈ। ਇਹਨਾਂ ਨੇ ਸਾਡਾ ਬਚਨ ਸਹੀ ਨਹੀਂ ਮੰਨਿਆ, ਪੂਰੀ ਤਰ੍ਹਾਂ ਨਹੀਂ ਮੰਨਿਆ, ਖੁਟਿਆਈ ਕੀਤੀ ਹੈ। ਠਾਨ ਕਪਟ ਕੀ ਜੁਗਤ ਮਹਾਨਾ। ਇਹਨਾਂ ਨੇ ਕਪਟ ਦੀ ਜੁਗਤ ਬਣਾ ਲਈ ਹੈ। ਸਾਡੇ ਬਚਨ ਜਿਵੇਂ ਅਸੀਂ ਕਹੇ ਸੀ ਉਹ ਨਹੀਂ ਮੰਨੇ। ਵਰਜੇ ਰਹੇ ਨ ਮੋ ਕਹ ਜਾਨਾ। ਸਾਡਾ ਬਚਨ ਨਹੀਂ ਮੰਨਿਆ, ਸਾਡੇ ਰੋਕਿਆ ਰੁਕੇ ਨਹੀਂ ਨਾ। ਫਿਰ ਇਹ ਅੰਤਰ ਤੇ ਖੋਟੇ ਰਹਿ। ਮਹਾਰਾਜ ਕਹਿੰਦੇ ਲਾਹੌਰ ਵਾਲੇ ਦਿਲੋਂ ਖੋਟੇ ਹੀ ਰਹਿਣਗੇ। ਮੁਖ ਤੇ ਮਿਸ਼ਟ ਗਿਰਾ ਕੋ ਲਹ। ਇਹ ਮੂੰਹ ਤੋਂ ਮਿੱਠੇ ਬੋਲਿਆ ਕਰਨਗੇ, ਛੁਰੀ ਮਾਰਨੋਂ ਹਟਣਗੇ ਨਹੀਂ। ਗੁਰਬਚ ਮਾਨੇ ਸਿੱਖ ਹੈ ਸੋਈ। ਜਿਹੜਾ ਗੁਰੂ ਦਾ ਬਚਨ ਮੰਨੇ ਸਿੱਖ ਦਾ ਉਹੀ ਹੁੰਦਾ ਹੈ। ਇਨਕੀ ਮਤਲੇ ਕਬ ਹੋ ਨ ਕੋਈ। ਇਹਨਾਂ ਦੀ ਮਤ ਨਾ ਲਿਆ ਜੇ ਲਾਹੌਰ ਵਾਲਿਆਂ ਦੀ। ਇਮ ਕਹਿ ਸਤਿਗੁਰ ਤੂਸ਼ਨ ਇਹ ਭਏ।
ਇਸ ਤਰ੍ਹਾਂ ਮਹਾਰਾਜ ਜੀ ਨੇ ਲਾਹੌਰੀ ਸਿੱਖਾਂ ਨੂੰ ਬਚਨ ਛੱਡ ਦਿੱਤਾ। ਗੁਰੂ ਹਰਿਰਾਏ ਸਾਹਿਬ ਚੁੱਪ ਕਰ ਗਏ। ਪਿਆਰੋ ਪੁੱਤਰ ਤਿਆਗ ਹੀ ਦਏ। ਪਿਆਰਾ ਪੁੱਤਰ ਬਾਬਾ ਰਾਮ ਰਾਏ ਤਿਆਗ ਦਿੱਤਾ। ਕਹਿੰਦੇ ਐ ਸਾਈਂ ਮੀਆਂ ਮੀਰ ਜੀ ਦੀ ਗੱਦੀ ਵਾਲੇ ਵੀ ਆਏ ਸਨ, ਹੋਰ ਵੀ ਕਈ ਬਾਬੇ ਰਾਮ ਰਾਏ ਨੂੰ ਮਿਲੇ ਸਨ, ਅਤੇ ਉੱਥੇ ਕਰਾਮਾਤਾਂ ਬਾਬੇ ਰਾਮ ਰਾਏ ਜੀ ਨੇ ਵੀ ਦਿਖਾਈਆਂ ਲਾਹੌਰ ਦੇ ਵਿੱਚ। ਉਹ ਕਥਾ ਸਾਰੀ ਗਿਆਨੀ ਗਿਆਨ ਸਿੰਘ ਜੀ ਨੇ ਵੀ ਤਵਾਰੀ ਗੁਰੂ ਖਾਲਸਾ ਦੇ ਪੰਥ ਪ੍ਰਕਾਸ਼ 'ਚ ਲਿਖੀ ਹੈ। ਸੋ ਇੰਨੇ ਹੀ ਬਚਨ ਪ੍ਰਵਾਨ ਕਰਨੇ। ਸਾਧ ਸੰਗਤ ਜੀ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆ